वासुदेवाय। ओम नमो भगवते वासुदेवाय। ओम ज्ञानतिमिरान्धस्य ज्ञानाञ्जनशलाकया चक्षुरुन्मिलितं येन तस्मै श्रीगुरुवे नमः। श्रीचैतन्यमनोभीष्टं स्थापितं येन स्वयं रूपः कदा मह्यं ददाति स्वपदान्तिकम्। ਅੱਜ ਅਸੀਂ ਸ਼੍ਰੀਮਦ ਭਾਗਵਤ ਗੀਤਾ ਦਾ ਦੂਜੇ ਅਧਿਆਇ ਦਾ 37 ਨੰਬਰ ਸ਼ਲੋਕ ਮਤਲਬ 37 ਨੰਬਰ ਸ਼ਲੋਕ ਤੇ 38 ਨੰਬਰ ਸ਼ਲੋਕ ਪਰ ਡਿਸਕਸ ਕਰਾਂਗੇ। हतो वा प्रयास्यसि स्वर्ग जित्वा वा भोक्ष्यसि महिं तस्मादुत्तिष्ठ कौन्तेय युयुधाय कृत निश्चयः। हे कुंती पुत्र, तुम यदि युद्ध में मारे जाओगे तो स्वर्ग प्राप्त करोगे, या यदि तुम जीत जाओगे तो पृथ्वी के साम्राज्य का भोग करोगे। अतः दृढ़ संकल्प करके खड़े हो और युद्ध करो। इस श्लोक ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਹੁਣ ਥੋੜਾ ਜਿਹਾ ਜਿੱਦਾਂ ਕਹਿ ਲਈਏ ਕਿ ਲਾਲਚ ਦੇ ਰਹੇ ਨੇ ਕਿ ਜੇ ਤੂੰ ਯੁੱਧ ਲੜੇਗਾ ਤਾਂ ਤੈਨੂੰ ਇਸ ਵਿੱਚ ਕੋਈ ਨੁਕਸਾਨ ਨਹੀਂ ਹੈਗਾ, ਤੈਨੂੰ ਫਾਇਦਾ ਹੀ ਫਾਇਦਾ। ਜੇ ਤੂੰ ਯੁੱਧ ਲੜੇਗਾ ਤੇ ਤੈਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ, ਤੇ ਯੁੱਧ ਤੂੰ ਹਾਰੇਗਾ ਮਤਲਬ ਹਾਰ ਵੀ ਉਹਦੇ ਲਈ ਫਾਇਦੇਮੰਦ ਹੈ ਤੇ ਜਿੱਤ ਵੀ ਉਹਦੇ ਲਈ ਫਾਇਦੇਮੰਦ ਹੈ। ਤੇ ਜਿੱਦਾਂ ਪਹਿਲੇ ਡਿਸਕਸ ਆਪਾਂ ਕਰ ਚੁੱਕੇ ਹਾਂ ਕਿ ਜਿਹੜਾ क्षत्रिय ਨੂੰ ਜਦੋਂ ਮੌਕਾ ਮਿਲਦਾ ਯੁੱਧ ਦੇ ਮੈਦਾਨ ਵਿੱਚ ਲੜਨ ਦਾ ਤਾਂ ਉਸ ਲਈ ਬਹੁਤ ਹੀ ਸੁਭਾਗੇ ਦੀ ਗੱਲ ਹੁੰਦੀ ਹੈ। ਤਾਂ ਇੱਕ ਜਿੱਦਾਂ ਅਸੀਂ ਭਗਵਦ ਗੀਤਾ ਦੇ ਪਹਿਲੇ ਅਧਿਆਇ ਦੇ ਪਹਿਲੇ ਸ਼ਲੋਕ ਵਿੱਚ ਆਪਾਂ ਡਿਸਕਸ ਕੀਤਾ ਹੈ ਕਿ ਧਰਮ ਖੇਤਰੇ ਕੁਰੂਕਸ਼ੇਤਰੇ ਸਮਵੇਤਾ ਯੁਯੁਤਸਵः ਮਾਮ ਕਾਹ ਪਾਂਡਵਾਸਚ ਕਿਮ ਕੁਰਵਤ ਸੰਜੇ। ਕਿ ਧ੍ਰਿਤਰਾਸ਼ਟਰ ਨੇ ਪੁੱਛਿਆ ਕਿ ਧਰਮ ਖੇਤਰ ਕੁਰੂਕਸ਼ੇਤਰ ਦੇ ਵਿੱਚ ਮੇਰੇ ਤੇ ਪਾਂਡਵਾਂ ਦੇ ਪੁੱਤਰਾਂ ਨੇ ਕੀ ਕੀਤਾ। ਤੇ ਜਿੱਦਾਂ ਕਿ ਅਸੀਂ ਪਹਿਲੇ ਸ਼ਾਇਦ ਡਿਸਕਸ ਕੀਤਾ ਹੈ ਕਿ ਇਹ ਜਿਹੜਾ ਸਵਾਲ ਧ੍ਰਿਤਰਾਸ਼ਟਰ ਨੇ ਸੰਜੇ ਨੂੰ ਪੁੱਛਿਆ ਕਿ ਮੇਰੇ ਤੇ ਪਾਂਡਵਾਂ ਦੇ ਪੁੱਤਰਾਂ ਨੇ ਕੀ ਕੀਤਾ ਹੈ, ਇਹ ਸਵਾਲ ਉਹਨੇ ਸੰਜੇ ਤੋਂ ਕਿਉਂ ਪੁੱਛਿਆ। ਇਹ ਸਵਾਲ ਉਸਨੇ ਸੰਜੇ ਤੋਂ ਇਸ ਕਰਕੇ ਪੁੱਛਿਆ ਕਿਉਂਕਿ ਜਿਹੜਾ ਯੁੱਧ ਹੈ ਮਹਾਭਾਰਤ ਦਾ ਜਿਹੜਾ ਯੁੱਧ ਹੈ ਉਹ ਕੁਰੂਕਸ਼ੇਤਰ ਵਿੱਚ ਹੋਣ ਜਾ ਰਿਹਾ ਹੈ, ਜਿਹੜਾ ਖੇਤਰ ਧਰਮ ਦਾ ਖੇਤਰ ਹੈ। ਪਹਿਲੇ ਸ਼ਬਦ ਤੋਂ ਸਾਨੂੰ ਕਲੀਅਰ ਹੋ ਰਿਹਾ ਕਿ ਧਰਮ ਖੇਤਰੇ ਕੁਰੂਕਸ਼ੇਤਰੇ, ਕਿ ਧਰਮ ਦੇ ਖੇਤਰ ਵਿੱਚ ਹਮੇਸ਼ਾ ਕੁਰੂਕਸ਼ੇਤਰ ਵਿੱਚ ਹਮੇਸ਼ਾ ਕਿਸ ਦੀ ਜਿੱਤ ਹੋਏਗੀ, ਧਰਮ ਦੀ ਜਿੱਤ ਹੋਏਗੀ, ਇੱਥੇ ਅਧਰਮ ਦੀ ਜਿੱਤ ਨਹੀਂ ਹੋ ਸਕਦੀ। ਤਾਂ ਉਸਨੂੰ ਸ਼ੱਕ ਸੀ ਕਿ ਮੇਰੇ ਜਿਹੜੇ ਪੁੱਤਰ ਨੇ, ਧ੍ਰਿਤਰਾਸ਼ਟਰ ਨੂੰ ਸ਼ੱਕ ਸੀ ਕਿ ਮੇਰੇ ਜਿਹੜੇ 100 ਕੌਰਵ ਨੇ, ਦੁਰਯੋਧਨ ਹੈ ਜਿਹੜਾ, ਉਸਦਾ ਕਿਤੇ ਦਿਮਾਗ ਚੇਂਜ ਨਾ ਹੋ ਜਾਏ, ਦਿਮਾਗ ਬਦਲ ਨਾ ਜਾਵੇ, ਉਹ ਆਪਣੀ ਜਿਹੜੀ ਉਹਨੇ ਲੜਾਈ ਕਰਨ ਦੀ ਜਿੱਦ ਫੜੀ ਹੋਈ ਹੈ ਉਹ ਆਪਣੀ ਜਿੱਦ ਛੱਡ ਨਾ ਦੇਵੇ, ਕਿਉਂ ਆਪਣੇ ਪੁੱਤਰਾਂ ਨਾਲ ਬਹੁਤ ਮੋਹ ਵਿੱਚ ਸੀ। ਉਹ ਚਾਹੁੰਦਾ ਸੀ ਕਿ ਸਾਰਾ ਜਿਹੜਾ ਰਾਜ්य ਹੈ, ਸਾਰਾ ਸੁੱਖ ਉਹਨੂੰ ਹੀ ਮਿਲੇ, ਆਪਣੇ ਪੁੱਤਰਾਂ ਨੂੰ ਹੀ ਮਿਲੇ, ਤੇ ਅਰਜੁਨ ਨੂੰ, 5 ਪਾਂਡਵਾਂ ਨੂੰ, ਪਾਂਡੂ ਦੇ ਪੁੱਤਰਾਂ ਨੂੰ ਨਾ ਮਿਲੇ। ਤਾਂ ਇਸ ਕਰਕੇ ਉਸਨੇ ਪਾਂਡੂ ਤੇ ਆਪਣੇ ਪੁੱਤਰਾਂ ਨੂੰ ਅਲੱਗ-ਅਲੱਗ ਵੱਖ-ਵੱਖ ਸਮਝਿਆ। ਤਾਂ ਉਹਨਾਂ ਨੇ ਪੁੱਛਿਆ ਕਿ ਕੀ ਕੀਤਾ, ਮੇਰੇ ਤੇ ਪਾਂਡੂ ਦੇ ਪੁੱਤਰਾਂ ਨੇ ਕੀ ਕੀਤਾ। ਤੇ ਇਸ ਪਹਿਲੇ ਸ਼ਲੋਕ 'ਚ ਸਾਨੂੰ ਇਹ ਮੇਨ ਸਿੱਖਿਆ ਜਾਂ ਮੈਸੇਜ ਸਾਨੂੰ ਇਹ ਮਿਲਦਾ ਕਿ ਧਰਮ ਖੇਤਰ ਕੁਰੂਕਸ਼ੇਤਰ, ਜਿਹੜਾ ਕੁਰੂਕਸ਼ੇਤਰ ਦਾ ਮੈਦਾਨ ਹੈ ਉਹ ਧਰਮ ਦਾ ਖੇਤਰ ਹੈ ਤੇ ਇਸ ਵਿੱਚ ਹਮੇਸ਼ਾ ਧਰਮ ਦੀ ਜਿੱਤ ਹੋਣੀ ਹੈ। ਤੇ ਸਾਨੂੰ ਇਸ ਤੋਂ ਕਲੀਅਰ ਹੋ ਰਿਹਾ ਕਿ ਦੁਰਯੋਧਨ ਜਿਹੜਾ ਸੀ ਉਹ ਬਿਲਕੁਲ ਹੀ ਅਧਰਮੀ ਸੀ, ਉਹਨੇ ਕਦੀ ਵੀ ਧਰਮ ਦਾ ਸਾਥ ਨਹੀਂ ਦਿੱਤਾ ਜਾਂ ਧਾਰਮਿਕ ਕੰਮ ਉਹਨੇ ਕਦੀ ਵੀ ਨਹੀਂ ਕੀਤਾ, ਚੰਗਾ ਕੰਮ ਉਹਨੇ ਬਿਲਕੁਲ ਨਹੀਂ ਕੀਤਾ, ਹਮੇਸ਼ਾ ਉਹਨੇ ਅਧਰਮ ਹੀ ਕੀਤਾ ਹੈ। ਤਾਂ ਇਸ ਤੋਂ ਕਲੀਅਰ ਸੀ ਕਿ ਅਰਜੁਨ ਦੀ ਜਿੱਤ ਨਿਸ਼ਚਿਤ ਹੈ। ਲੇਕਿਨ ਅਗਰ ਦੇਖਿਆ ਜਾਏ, ਜਦੋਂ ਅਸੀਂ ਮਹਾਭਾਰਤ ਵਿੱਚ ਪੜ੍ਹਦੇ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਅਰਜੁਨ ਗਿਆ ਤੇ ਨਾਲ ਦੁਰਯੋਧਨ ਗਿਆ। ਸਭ ਤੋਂ ਪਹਿਲਾਂ ਦੁਰਯੋਧਨ ਗਿਆ ਸੀ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਅਰਜੁਨ ਤੇ ਦੁਰਯੋਧਨ ਗਏ ਪਾਂਡਵ ਨਾਰਾਇਣੀ ਸੇਨਾ ਮੰਗਣ, ਜਾਂ ਭਗਵਾਨ ਜੀ ਕੋਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕੋਲ ਹੈਲਪ ਮੰਗਣਗੇ, ਉਹਨਾਂ ਕੋਲ ਮਦਦ ਮੰਗਣਗੇ। ਤਾਂ ਸਭ ਤੋਂ ਪਹਿਲਾਂ ਦੁਰਯੋਧਨ ਗਿਆ ਸੀ। ਦੁਰਯੋਧਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਸਿਰਹਾਣੇ ਲਾਗੇ ਬਹਿ ਗਿਆ। ਲੇਕਿਨ ਬਾਅਦ ਵਿੱਚ ਅਰਜੁਨ ਆਇਆ ਤੇ ਅਰਜੁਨ ਭਗਵਾਨ ਦੇ ਚਰਨਾਂ 'ਚ ਬੈਠਾ, ਭਗਵਾਨ ਜੀ ਦੇ ਚਰਨ ਦਿਵਾਨ ਲੱਗ ਗਿਆ। ਤੇ ਜਦੋਂ ਭਗਵਾਨ ਕ੍ਰਿਸ਼ਨਾ ਸੋ ਰਹੇ ਸੀ ਤੇ ਜਦੋਂ ਭਗਵਾਨ ਕ੍ਰਿਸ਼ਨਾ ਉੱਠੇ ਨੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਅਰਜੁਨ ਨੂੰ ਦੇਖਿਆ
ਤੇ ਅਰਜੁਨ ਨੂੰ ਕਿਹਾ ਕਿ ਦੱਸ ਤੂੰ ਕੀ ਮੰਗਦਾ, ਤੈਨੂੰ ਕੀ ਚਾਹੀਦਾ? ਤਾਂ ਉਸੇ ਵੇਲੇ ਦੁਰਯੋਧਨ ਨੇ ਕਿਹਾ ਕਿ ਮੈਂ ਪਹਿਲੋਂ ਆਇਆ ਤੇ ਮੈਂ ਮੰਗਣ ਦੀ ਪਹਿਲੇ ਇਜਾਜ਼ਤ ਮੈਨੂੰ ਦੇਣੀ ਚਾਹੀਦੀ ਹੈ। ਮੈਂ ਪਹਿਲਾਂ ਮੰਗਾਂਗਾ। ਲੇਕਿਨ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਨਹੀਂ, ਪਹਿਲੇ ਮੈਂ ਅਰਜੁਨ ਨੂੰ ਦੇਖਿਆ, ਇਸ ਕਰਕੇ ਪਹਿਲਾ ਮੌਕਾ ਅਰਜੁਨ ਨੂੰ ਦਿੱਤਾ ਜਾਏਗਾ। ਜੋ ਅਰਜੁਨ ਨੂੰ ਚਾਹੀਦਾ ਹੋਏਗਾ ਉਹ ਮੈਂ ਅਰਜੁਨ ਨੂੰ ਦੇਵਾਂਗਾ। ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਦੋਂ ਕਿਹਾ ਕਿ ਮੇਰੇ ਕੋਲ 2 ਚੀਜ਼ਾਂ ਨੇ, ਇੱਕ ਤੇ ਮੇਰੀ ਨਾਰਾਇਣੀ ਸੇਨਾ ਤੇ ਦੂਜਾ ਮੈਂ। ਧਰਮ ਖੇਤਰ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਮਹਾਭਾਰਤ ਦਾ ਯੁੱਧ ਹੈ, ਇਹ 2 ਕੌਰਵਾਂ ਤੇ ਪਾਂਡਵਾਂ ਦੇ ਵਿੱਚ ਹੋਣ ਜਾ ਰਿਹਾ ਹੈ। ਤੇ ਮੈਂ ਇੱਕ ਪਾਸੇ ਮੇਰੀ ਨਾਰਾਇਣੀ ਸੇਨਾ ਹੋਏਗੀ ਤੇ ਦੂਜੇ ਪਾਸੇ ਮੈਂ ਆਪ ਹੋਵਾਂਗਾ। ਤੇ ਇੱਕ ਸ਼ਰਤ ਵਿੱਚ ਹੈ ਕਿ ਮੈਂ ਜਿਸ ਪਾਸੇ ਹੋਵਾਂਗਾ ਉਸ ਪਾਸੇ ਦਾ ਮੈਂ ਬਿਲਕੁਲ ਵੀ ਅ, ਆਪਣਾ ਹਥਿਆਰ ਨਹੀਂ ਚੁੱਕਾਂਗਾ, ਕੋਈ ਵੀ ਮੈਂ ਯੁੱਧ ਵਿੱਚ ਹੈਲਪ ਨਹੀਂ ਕਰਾਂਗਾ, ਮੈਂ ਸਿਰਫ ਰੱਥ ਚਲਾਵਾਂਗਾ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ। ਤੇ ਉਸ ਵਿੱਚ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਅਰਜੁਨ ਨੇ ਮੰਗਿਆ ਕਿ ਹੇ ਕ੍ਰਿਸ਼ਨਾ ਤੁਸੀਂ ਮੇਰੇ ਸਾਈਡ ਆਓ, ਮੈਨੂੰ ਤੁਹਾਡੀ ਨਾਰਾਇਣੀ ਸੇਨਾ ਨਹੀਂ ਚਾਹੀਦੀ। ਤੇ ਪੂਰੀ ਭਗਵਾਨ ਜੀ ਦੀ ਨਾਰਾਇਣੀ ਸੇਨਾ ਫਿਰ ਦੁਰਯੋਧਨ ਨੇ ਮੰਗ ਲਈ, ਜਿਸ ਤੋਂ ਸਾਨੂੰ ਅਗਰ ਵੇਖਿਆ ਜਾਏ ਕਿ ਅਰਜੁਨ ਦੇ ਕੋਈ ਵੀ ਚਾਂਸਿਸ ਨਹੀਂ ਹੈਗੇ ਜਿੱਤਣ ਦੇ, ਤੇ ਦੁਰਯੋਧਨ ਦੇ ਪੂਰੇ ਚਾਂਸਿਸ ਸੀ ਜਿੱਤਣ ਦੇ, ਕਿਉਂਕਿ 18 ਅਕਸ਼ੌਣੀ ਸੈਨਾ ਟੋਟਲ ਮਹਾਭਾਰਤ ਦੇ ਯੁੱਧ ਵਿੱਚ ਲੜਨੀ ਸੀ, ਜਿਸ ਵਿੱਚ 12 ਅਕਸ਼ੌਣੀ ਸੈਨਾ ਕੌਰਵਾਂ ਦੀ ਸਾਈਡ ਸੀ ਤੇ 6 ਅਕਸ਼ੌਣੀ ਸੈਨਾ ਕੌਰਵਾਂ ਦੀ ਸਾਈਡ ਤੋਂ ਲੜੀ ਜਾਣੀ ਸੀ। ਇਸ ਵਿੱਚ ਇਸ ਸ਼ਲੋਕ 'ਚ ਅੱਗੇ ਕਹਿ ਰਹੇ ਨੇ ਸ਼੍ਰੀਲ ਪ੍ਰਭੂਪਾਦ ਜੀ ਤਾਤਪਰਯ ਵਿੱਚ ਲਿਖ ਰਹੇ ਨੇ। ਵੈਸੇ ਇਸ ਸ਼ਲੋਕ ਦਾ ਜਿਹੜਾ ਮੀਨਿੰਗ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਨੇ, ਹੇ ਕੁੰਤੀ ਪੁੱਤਰ, तुम यदि युद्ध तुम यदि युद्ध में मारे जाओगे तो स्वर्ग प्राप्त करोगे। मतलब तू जे मरेगा युद्ध में तो तेन स्वर्गां दी प्राप्ति होएगी। आगे लिख रहे हैं, या यदि तुम जीत जाओगे तो पृथ्वी के साम्राज्य का भोग करोगे। आगे भगवान श्री कृष्ण कह रहे हैं कि जे तू हारेगा या जे तू जितेगा ਤਾਂ ਇਸ ਸੰਸਾਰ ਵਿੱਚ ਜਿੰਨੇ ਵੀ ਸਮਰਾਜੇ ਨੇ ਤੂੰ ਉਹਨਾਂ ਦਾ ਭੋਗ ਕਰੇਗਾ। ਤੇ ਭਗਵਾਨ ਸ਼੍ਰੀ ਕ੍ਰਿਸ਼ਨ ਅੱਗੇ ਕਹਿ ਰਹੇ ਨੇ, ਤਾਂ ਦ੍ਰਿੜ ਸੰਕਲਪ ਕਰਕੇ ਖੜੇ ਹੋ ਜਾ, ਹੁਣ ਤੇ ਯੁੱਧ ਕਰ, ਤੇਰਾ ਕੰਮ ਹੈ ਯੁੱਧ ਕਰਨਾ, ਕਿਉਂਕਿ ਤੂੰ क्षत्रिय है। ਅੱਗੇ तात्पर्य ਵਿੱਚ प्रभुपाद जी लिख रहे हैं कि यद्यपि अर्जुन के पक्ष में विजय निश्चित ना थी, फिर भी उसे युद्ध करना था, क्योंकि यदि वह युद्ध में मारा भी गया तो वह स्वर्ग लोक को जाएगा। तो इस श्लोक तो 2 ਸਾਨੂੰ अगर मैसेज ਵੇਖਿਆ ਜਾਏ ਤੇ ਮਿਲ ਰਹੇ ਨੇ। प्रभुपाद जी ने साफ-साफ कहा था कि यद्यपि अर्जुन के पक्ष में विजय निश्चित ना थी, कि अर्जुन ਦੇ ਕੋਈ ਵੀ ਚਾਂसेस ਨਹੀਂ ਸੀ ਲੱਗ ਰਹੇ ਕਿ ਅਰਜੁਨ ਜਿੱਤੇਗਾ। ਤੇ ਕਿਉਂ? ਕਿਉਂਕਿ ਅਰਜੁਨ ਦੇ ਪਾਸੇ 6 ਅਕਸ਼ੌਣੀ ਸੈਨਾ ਤੇ ਉਹ ਕੌਰਵਾਂ ਦੀ ਸਾਈਡ 'ਚ 12 ਅਕਸ਼ੌਣੀ ਸੈਨਾ। ਤੇ ਆਪੇ ਹੀ ਆਪਾਂ ਸੋਚ ਸਕਦੇ ਹਾਂ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਤੇ ਹਥਿਆਰ ਚੁੱਕਣਾ ਨਹੀਂ। ਭਗਵਾਨ ਨੇ ਕਸਮ ਖਾਧੀ, ਮੈਂ ਤੇ ਕਿਸੇ ਵਾਲੇ ਪਾਸੇ, ਮੈਂ ਜਿਸ ਪਾਸੇ ਹੋਵਾਂਗਾ ਮੈਂ ਹਥਿਆਰ ਨਹੀਂ ਚੁੱਕਾਂਗਾ। ਤਾਂ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿੱਤ ਤੇ ਕੌਰਵਾਂ ਦੀ ਹੋਏਗੀ। 12 ਅਕਸ਼ੌਣੀ ਸਾਹਮਣੇ 6 ਅਕਸ਼ੌਣੀ ਸੈਨਾ ਕੀ ਹੈ? ਕੁਛ ਵੀ ਨਹੀਂ। ਤਾਂ ਇਸ ਤੋਂ ਪ੍ਰਭੂਪਾਦ ਜੀ ਲਿਖਦੇ ਨੇ ਕਿ ਅਰਜੁਨ ਦੀ ਤੇ ਜਿੱਤ ਲੱਗ ਨਹੀਂ ਰਿਹਾ ਕਿ ਹੋਵੇਗੀ। ਪਰ ਫਿਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਨੇ ਕਿ ਜੇ ਤੂੰ ਇੱਥੇ ਹਾਰੇਗਾ, ਮਰੇਗਾ ਤਾਂ ਤੈਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ। ਜੇ ਤੂੰ ਜਿੱਤੇਗਾ ਤਾਂ ਇਸ ਸਾਮਰਾज्य ਭੋਗ ਕਰੇਗਾ। ਇਸ ਵਿੱਚ ਅਰਜੁਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਹੌਲੀ-ਹੌਲੀ ਕਰਕੇ ਭਗਵਾਨ ਅਰਜੁਨ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਗਵਾਨ ਦੀ ਭਗਤੀ ਤੱਕ ਲੈ ਕੇ ਆਉਣ ਵਾਸਤੇ। ਕਿਉਂਕਿ ਅਗਰ ਜੇ ਆਪਾਂ ਇਹ ਗੀਤਾ ਦਾ ਸਾਰ ਹੈ, ਗੀਤਾ ਦਾ ਸਾਰ ਦੂਜਾ ਅਧਿਆਇ ਗੀਤਾ ਦਾ ਸਾਰ ਹੈ। ਇਸ ਅਧਿਆਇ ਵਿੱਚ ਥੋੜਾ-ਥੋੜਾ ਪੂਰੀ ਗੀਤਾ ਥੋੜਾ-ਥੋੜਾ ਕਰਕੇ ਹਰ ਇੱਕ ਚੀਜ਼ ਦਾ ਗਿਆਨ ਯੋਗ, ਧਿਆਨ ਯੋਗ, ਅਸ਼ਟਾਂਗ ਯੋਗ, ਭਗਤੀ ਯੋਗ, ਹਰ ਇੱਕ ਚੀਜ਼ ਡਿਸਕਸ ਹੋਈ ਹੈ। ਥੋੜਾ-ਥੋੜਾ ਹਰ ਇੱਕ ਚੀਜ਼ ਭਗਵਾਨ ਇਸ ਵਿੱਚ ਦੱਸ ਰਹੇ ਨੇ ਗੀਤਾ ਦੇ ਸਾਰ ਵਿੱਚ। ਜਿੱਦਾਂ ਹੁਣ ਅੱਗੇ ਤੀਜੇ ਚੈਪਟਰ ਤੋਂ ਭਗਵਦ ਗੀਤਾ ਰੀਅਲੀ ਵਿੱਚ ਅਸਲ ਵਿੱਚ ਸ਼ੁਰੂ ਹੋਏਗੀ। ਕਰਮ ਯੋਗ ਜਿਹਦਾ ਨਾਮ ਹੈ, ਤੀਜੇ ਅਧਿਆਇ ਦਾ ਨਾਮ ਕੀ ਹੈ? ਕਰਮ ਯੋਗ। ਤੇ ਉਸ ਵਿੱਚ ਕਰਮ ਕਿੱਦਾਂ ਕਰਨਾ, ਆਪਾਂ ਨਿਸਵਾਰਥ ਭਾਵ ਨਾਲ ਕਰਮ ਕਰਨਾ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਸਿਖਾ ਰਹੇ ਨੇ। ਅਰਜੁਨ ਦੇ ਮਾਧਿਅਮ ਤੋਂ ਸਾਨੂੰ ਸਿਖਾ ਰਹੇ ਨੇ ਕਿ ਭਗਵਾਨ ਦੀ ਸੇਵਾ ਕਿੱਦਾਂ ਕਰਨੀ ਹੈ, ਕਿ ਅਸੀਂ ਸੰਸਾਰ ਵਿੱਚ ਰਹਿੰਦੇ ਹੋਏ ਵੀ ਭਗਵਾਨ ਦਾ ਧਿਆਨ ਕਿੱਦਾਂ ਲਾਉਣਾ, ਭਗਵਾਨ ਦੇ ਪ੍ਰਤੀ ਸਮਰਪਿਤ ਕਿੱਦਾਂ ਹੋਣਾ ਹੈ। ਇਹਨੂੰ ਕਹਿੰਦੇ ਕਰਮ ਯੋਗ। ਕਰਮ ਕਰਦੇ ਹੋਏ ਜੁੜਨਾ, ਯੋਗ ਮਤਲਬ ਜੁੜਨਾ, ਕਿ ਭਗਵਾਨ ਦੇ ਨਾਲ ਕਰਮ ਕਰਦੇ ਹੋਏ ਕਿੱਦਾਂ ਜੁੜ ਸਕਦੇ ਹਾਂ। ਤੇ यदि भी अर्जुन के पक्ष में क्या था? ਇਸ ਅਧਿਆਇ ਵਿੱਚ ਥੋੜਾ-ਥੋੜਾ ਭਗਵਾਨ ਅਰਜੁਨ ਨੂੰ ਦੱਸ ਰਹੇ ਨੇ ਕਿ ਪੂਰੀ ਭਗਵਦ ਗੀਤਾ ਵਿੱਚ ਮੈਂ ਕੀ ਅੱਗੇ ਦੱਸਣ ਵਾਲਾ, ਤੈਨੂੰ ਮੈਂ ਥੋੜਾ-ਥੋੜਾ ਦੱਸ ਰਿਹਾ।
ਤੇ ਫਿਲਹਾਲ ਅਰਜੁਨ ਨੂੰ ਭਗਵਾਨ ਲਾਲਚ ਦੇ ਰਹੇ ਨੇ ਯੁੱਧ ਦਾ। ਯੁੱਧ ਵਿੱਚ ਤੂੰ ਮਰੇਂਗਾ, ਸਵਰਗਾਂ ਦਾ ਲਾਲਚ ਦੇ ਰਹੇ ਨੇ, ਤੇ ਜੇ ਤੂੰ ਮਰੇਂਗਾ ਤਾਂ ਸਵਰਗ ਦੀ ਪ੍ਰਾਪਤੀ ਹੋਏਗੀ, ਜੇ ਤੂੰ ਜਿੱਤੇਂਗਾ ਤਾਂ ਇਸ ਸੰਸਾਰ ਵਿੱਚ ਭੋਗ ਕਰੇਂਗਾ। ਅਸਲ ਵਿੱਚ ਭਗਵਾਨ ਚਾਹੁੰਦੇ ਨੇ ਕਿ ਕੋਈ ਵੀ ਬੰਦਾ ਇਸ ਸੰਸਾਰ ਵਿੱਚ ਹੈ, ਸਾਰੇ ਮੇਰੇ ਕੋਲ ਵਾਪਿਸ ਆ ਜਾਣ। ਕੋਈ ਵੀ ਸੰਸਾਰ ਵਿੱਚ ਨਾ ਜੀਵ ਹੈ, ਆਤਮਾ ਨੇ, ਭਟਕ ਰਹੀਆਂ ਨੇ, ਤੇ ਭਗਵਾਨ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਨਸਾਨ ਮੇਰੀ ਸ਼ਰਨ ਲੈ ਲੇ। ਇਸੇ ਕਰਕੇ ਭਗਵਾਨ ਨੇ ਕਈ ਥਾਵਾਂ ਤੇ ਲਿਖਿਆ ਕਿ भगवान कह रहे हैं कि मत्तः परतर नान्यत् किंचित् अस्ति धनंजय, मुझसे ऊपर कोई नहीं है ना। सर्वधर्मान् परित्यज्य माम एकम शरणं व्रज अहम त्वं सर्व पापेभ्यो मोक्षयामि मा शुच। कि भगवान फिर भी कह रहे हैं कि सर्व धर्मों को छोड़ के मेरी एक ही शरण ले लो, मैं तुम्हारी सारे पाप खत्म कर दूंगा, सारे पाप, तुम्हारे सारे पाप खत्म करके तुम्हें मोक्ष प्रदान करूंगा। अल्टीमेटली भगवान चाਹੁੰਦੇ ਨੇ कि ਅਸੀਂ ਕਿਸੇ ਨਾ ਕਿਸੇ ਤਰੀਕੇ, ਚਾਹੇ ਨਿਸ਼ਕਾਮ ਭਾਵਨਾ, ਚਾਹੇ ਅਸੀਂ ਸਟਾਰਟਿੰਗ ਵਿੱਚ ਇਨਸਾਨ ਜਿਹੜਾ ਹੈਗਾ, ਇਨਸਾਨ ਨੂੰ ਕਵਾਂਗੇ ਕਿ ਹਾਂ ਤੂੰ ਭਗਵਾਨ ਦੀ ਸੇਵਾ ਕਰਨੀ, ਲੇਕਿਨ ਮੰਗਣਾ ਕੁਛ ਨਹੀਂ, ਪੂਰੀ ਨਿਸ਼ਕਾਮ ਭਾਵਨਾ ਸੇਵਾ ਕਰਨੀ। ਅਸਲ ਵਿੱਚ ਅਸੀਂ ਲੋਕ ਨਾ ਬਹੁਤ ਹੀ ਜ਼ਿਆਦਾ ਸਵਾਰਥੀ ਹਾਂ। ਆਪਣੇ ਲਈ ਅਸੀਂ ਇਸ ਸੰਸਾਰ 'ਚ ਬਿਨਾਂ ਕੁਛ ਕਮਾਏ ਜਾਂ ਬਿਨਾਂ ਫ੍ਰੀ ਦੀ ਚੀਜ਼ ਜਿਹੜੀ ਅਸੀਂ ਕਹਿੰਦੇ ਨਾ ਕਿ ਤੂੰ ਸੇਵਾ ਕਰਨੀ ਕਿਸੇ ਦੀ, ਲੇਕਿਨ ਤੈਨੂੰ ਮਿਲਣਾ ਕੱਖ ਨਹੀਂ। ਮਤਲਬ ਉਹ ਸੇਵਾ ਕਰਨੀ ਕਿਸੇ ਦੀ, ਇਨਸਾਨ ਦੀ ਜਾਂ ਭਗਵਾਨ ਦੀ ਵੀ ਆਪਾਂ ਸੇਵਾ ਜਦੋਂ ਕਰਦੇ ਆ ਨਾ, ਤੇ ਮਨ ਦੇ ਵਿੱਚ ਕੋਈ ਨਾ ਕੋਈ ਤੇ ਹਰ ਇੱਕ ਦੇ ਆਉਂਦਾ ਹੀ ਹੈ ਕਿ ਮੈਂ ਕੁਛ ਮੰਗਾਂ। ਕਿਉਂਕਿ ਤੁਸੀਂ ਇੱਕ ਦਿਨ ਸੇਵਾ ਕਰੋਗੇ ਨਿਸ਼ਕਾਮ ਭਾਵਨਾ, ਕੁਛ ਨਹੀਂ ਮੰਗੋਗੇ ਭਗਵਾਨ ਨਾਲ। ਇੱਕ ਦਿਨ ਕਰੋਗੇ, 2 ਦਿਨ ਕਰੋਗੇ, 10 ਦਿਨ, 30 ਦਿਨ, 1 ਮਹੀਨਾ, 2 ਮਹੀਨੇ, 3 ਮਹੀਨੇ, 4 ਮਹੀਨੇ, 10 ਮਹੀਨੇ, 1 ਸਾਲ, 2, 3 ਸਾਲ, 5 ਸਾਲ, ਮਤਲਬ ਕਦੋਂ ਤੱਕ ਤੁਸੀਂ ਕਰੋਗੇ ਨਿਸ਼ਕਾਮ ਭਾਵਨਾ ਸੇਵਾ? ਤੁਹਾਡੇ ਮਨ 'ਚ ਆ ਹੀ ਜਾਏਗਾ ਕਿ ਭਈਆ ਮੈਂ ਸੇਵਾ ਕਰ ਰਿਹਾ, ਲੇਕਿਨ ਮੈਨੂੰ ਮਿਲਿਆ ਕੀ ਅੱਜ ਤੱਕ? ਇਹ ਸਾਡੀ ਬਿਮਾਰੀ ਹੈ, ਇਹ ਸਾਨੂੰ ਬਿਮਾਰੀ ਲੱਗੀ ਹੋਈ ਹੈ ਬਹੁਤ ਜਨਮਾਂ ਤੋਂ। ਸਾਡੇ ਕਰੋੜਾਂ ਜਨਮਾਂ ਤੋਂ ਇੱਕੋ ਹੀ ਬਿਮਾਰੀ ਹੈ, ਭੋਗ ਕਰਨ ਦੀ। ਅਸੀਂ ਭੋਗ ਕਰਨਾ ਚਾਹੁੰਦੇ ਹਾਂ। ਸਾਨੂੰ ਇਸ ਸੰਸਾਰ 'ਚ ਜਦ ਤੱਕ ਕੋਈ ਬਦਲੇ 'ਚ ਚੀਜ਼ ਮਿਲਦੀ ਨਹੀਂ, ਅਸੀਂ ਕੋਈ ਵੀ ਚੀਜ਼, ਕੋਈ ਵੀ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ। ਇਸੇ ਤਰ੍ਹਾਂ ਭਗਵਾਨ ਅਲਟੀਮੇਟਲੀ ਭਗਵਦ ਗੀਤਾ ਦੇ 18ਵੇਂ ਅਧਿਆਏ ਵਿੱਚ ਐਂਡ 'ਚ ਜਾ ਕੇ ਕਹਿ ਰਹੇ ਨੇ, ਸਰਬ ਧਰਮਾਨ ਪਰਿਤਯਜਯ ਮਾਮ ਏਕਮ ਸ਼ਰਣੰ ਵ੍ਰਜ, ਕਿ ਸਾਰੇ ਧਰਮਾਂ ਨੂੰ ਛੱਡ ਕੇ ਮੇਰੀ ਸ਼ਰਨ ਲੈ ਲੈ। ਮਤਲਬ ਸਾਰੇ ਧਰਮ ਦਾ ਮਤਲਬ ਹੈ ਕਿ ਆਪਣਾ ਮਨੋਧਰਮ ਵੀ, ਕਿ ਆਪਣੇ ਮਨ ਨਾਲ ਆਪਾਂ ਜੋ ਸੋਚਦੇ ਪਏ ਹਾਂ ਕਿ ਮੈਂ ਏਦਾਂ ਕਰਾਂਗਾ ਤਾਂ ਏਦਾਂ ਹੋ ਜਾਏਗਾ, ਮੈਂ ਭਗਵਾਨ ਦੀ ਸੇਵਾ ਕਰਾਂਗਾ, ਭਗਵਾਨ ਕੀ ਪਤਾ ਮੈਨੂੰ ਕਰੋੜਪਤੀ ਬਣਾ ਦੇਣ। ਲੇਕਿਨ ਪੁਆਇੰਟ ਅਲਟੀਮੇਟਲੀ ਆਪਾਂ ਸ਼ੁੱਧ ਭਗਤੀ ਕਰਨੀ ਹੈ। ਭਗਵਾਨ ਸਾਨੂੰ ਘੁੰਮ ਘੁਮਾ ਕੇ ਜਿੱਦਾਂ ਕਹਿੰਦੇ ਨਾ, ਬੱਚੇ ਨੂੰ ਲਾਲਚ ਦੇ ਕੇ, ਤੇ ਕੋਈ ਕਹਿੰਦੇ ਚੋਕਲੇਟ ਲੈ ਲੈ ਤੇ ਤੂੰ ਪੜ੍ਹ ਲੈ ਬੇਟਾ। ਅਲਟੀਮੇਟਲੀ ਮਾਤਾ ਪਿਤਾ ਸਾਨੂੰ ਚੋਕਲੇਟ ਦਾ ਲਾਲਚ ਦੇ ਕੇ ਜਾਂ ਆਈਸਕ੍ਰੀਮ ਦਾ ਲਾਲਚ ਦੇ ਕੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਪੜ੍ਹਾਈ ਵਿੱਚ ਲਾਉਣਾ ਚਾਹੁੰਦੇ ਹਨ ਨਾ। ਉਸੇ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਕਿਸੇ ਨਾ ਕਿਸੇ ਤਰੀਕੇ ਸਾਨੂੰ ਲਾਲਚ ਦੇ ਕੇ ਆਪਣੀ ਭਗਤੀ ਚ ਲਾਉਣਾ ਚਾਹੁੰਦੇ ਨੇ। ਬਸ ਅਸੀਂ ਇਸ ਸ਼ਲੋਕ ਤੋਂ ਇਹੀ ਸਿੱਖਣਾ ਕਿ ਭਗਵਾਨ ਦੀ ਜਿਹੜੀ ਮਨੋਸਥਿਤੀ ਹੈ ਨਾ, ਭਗਵਾਨ ਅੰਦਰ ਕੀ ਸੋਚਦੇ ਨੇ, ਅਸੀਂ ਉਹ ਅਨੁਭਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਭਗਵਾਨ ਸਾਨੂੰ ਅਲਟੀਮੇਟਲੀ ਕਹਿਣਾ ਕੀ ਚਾਹੁੰਦੇ ਨੇ। ਅਲਟੀਮੇਟਲੀ ਉਹ ਤਾਂ ਹੀ ਪਤਾ ਚੱਲੇਗਾ ਜੇ ਆਪਾਂ ਪੂਰੀ ਭਗਵਦ ਗੀਤਾ ਖੁਦ ਰੀਡ ਕਰਾਂਗੇ, ਕਿਉਂਕਿ ਕਹਿੰਦੇ ਅਧੂਰਾ ਗਿਆਨ ਡੇਂਜਰਸ ਹੁੰਦਾ, ਹਾਫ ਨੌਲੇਜ ਇਜ਼ ਡੇਂਜਰਸ। ਪੂਰਾ ਗਿਆਨ ਲੈਣਾ ਚਾਹੀਦਾ ਸਾਨੂੰ, ਤੇ ਅੰਤ ਵਿੱਚ ਸਾਨੂੰ ਕਨਕਲੂਜਨ ਮਿਲੇਗਾ। ਭਗਵਾਨ ਅਲਟੀਮੇਟਲੀ ਇਹ ਕਹਿੰਦੇ ਕਿ ਮੇਰੇ ਨਾਲ ਪਿਆਰ ਕਰੋ। ਭਗਵਾਨ ਕਹਿ ਰਹੇ ਮਨ ਮਨਾ ਭਵ ਮਤ ਭਗਤੋ ਮਧਿਆ ਜੀ ਮਾਮ ਨਮਸਕੁਰੂ, ਮੇਰੇ ਭਗਤ ਬਣੋ, ਮੈਨੂੰ ਨਮਸਕਾਰ ਕਰੋ। ਮच्चिता मदगत प्राणा बोधयंतः परस्परम कथयंतः माम नित्यम तुषंति च रमंति च। भगवान कह रहे ने ਮੇਰੇ ਭਗਤ, ਭਗਵਾਨ ਕਹਿ ਰਹੇ ਨੇ ਮੇਰੇ ਭਗਤ ਮच्चिता मदगत प्राणा बोधयंत, ਮੇਰੇ ਭਗਤਾਂ ਦੇ ਜਿਹੜੇ ਪ੍ਰਾਣ ਨੇ ਨਾ ਮੇਰੇ ਚ ਵਸਦੇ ਨੇ, ਕਿ ਮੈਂ ਜੋ ਕਹਿਣਾ ਉਹਨਾਂ ਨੂੰ ਉਹੀ ਚੰਗਾ ਲੱਗਦਾ, ਜੋ ਮੈਨੂੰ ਪਸੰਦ ਹੈ ਉਹਨਾਂ ਨੂੰ ਉਹੀ ਪਸੰਦ ਹੈ। ਇਹਨੂੰ ਕਹਿੰਦੇ ਪ੍ਰੇਮ, ਇਹਨੂੰ ਕਹਿੰਦੇ ਆ ਪਿਆਰ। ਕਿ ਭਗਵਾਨ ਨੇ ਜੋ ਕਿਹਾ ਉਹੀ ਮਤਲਬ ਲਕੀਰ ਦੀ ਫਕੀਰ ਹੈ। ਭਗਵਾਨ ਨੇ ਜੋ ਕਿਹਾ ਗੀਤਾ ਚ ਅਸੀਂ ਐਜ਼ ਇਟ ਇਜ਼ ਚੱਲਣਾ। ਨਹੀਂ ਤੇ ਜੇ ਆਪਾਂ ਭਗਵਾਨ ਦੀ ਗੱਲ ਨੂੰ ਛੱਡ ਕੇ ਆਪਣੇ ਮਨ ਨਾਲ ਕਰਾਂਗੇ ਤਾਂ ਸਾਡੀ ਲਾਈਫ 'ਚ ਨਾ ਆਪਾਂ ਇਸ ਸੰਸਾਰ 'ਚ ਸੁਖੀ ਹੋਵਾਂਗੇ, ਤੇ ਨਾ ਹੀ ਮਤਲਬ ਇਸ ਲੋਕ ਮੇਂ ਨਾ ਪਰਲੋਕ ਮੇਂ, ਮਤਲਬ ਨਾ ਇਸ ਲੋਕ 'ਚ ਨਾ ਉਸ ਲੋਕ 'ਚ, ਨਾ ਅਧਿਆਤਮਿਕ ਲੋਕ 'ਚ ਤੇ ਨਾ ਇਸ ਲੋਕ 'ਚ ਅਸੀਂ ਸੁਖੀ ਰਹਿ ਪਾਵਾਂਗੇ। ਜਿੱਦਾਂ ਭਗਵਾਨ ਗੀਤਾ 'ਚ ਕਹਿ ਰਹੇ ਨੇ ਨਾ, 14ਵੇਂ ਅਧਿਆਇ 'ਚ ਕਹਿ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਨੇ ਕਿ ਯਹ ਸ਼ਾਸਤਰਮ ਵਿਧਿਮ ਉਤਸ੍ਰਜੇ ਵਰਤਤੇ ਕਾਮ ਕਾਰਤः यश सिद्धिम अवापनोति ना सुखम ना परमाम गति। भगवान कह रहे हैं यह शास्त्र विधि उत्सृजे, कि जो लोग शास्त्रां दी विधियां ਨੂੰ ਛੱਡ ਕੇ यह शास्त्रम विधि उत्सृजे ਵਰਤਤੇ ਕਾਮ ਕਾਰਤਾ, ਕਿ ਜੋ ਵੀ ਕਾਮ ਕਾਰਜ ਕਰਦੇ ਨੇ, ਕੰਮ ਕਾਰਜ ਕਰਦੇ ਨੇ, ਕੰਮਕਾਰ ਕਰਦੇ ਨੇ, ਜੋ ਵੀ ਕਰਦੇ ਨੇ,
यह ससिद्धिम वापनोति, ਉਸਨੂੰ ਨਾ ਸਿੱਧੀ ਪ੍ਰਾਪਤ ਹੁੰਦੀ ਹੈ, ਨਾ ਸੁਖਮ, ਨਾ ਪਰਮਾਮ ਗਤੀ, ਨਾ ਉਹਨੂੰ ਸੁੱਖ ਮਿਲਦਾ ਤੇ ਨਾ ਪਰਮ ਗਤੀ ਹੁੰਦੀ ਉਸ ਵਿਅਕਤੀ ਦੀ। ਇਸੇ ਕਰਕੇ ਆਪਣੇ ਮਨ ਨਾਲ ਚੱਲਣ ਵਾਲਾ ਵਿਅਕਤੀ ਹਮੇਸ਼ਾ ਹੀ ਖੱਡੇ ਵਿੱਚ ਡਿੱਗਿਆ, ਅੱਜ ਵੀ ਤੇ ਕੱਲ ਵੀ ਤੇ ਆਉਣ ਜਿਹੜੇ ਪਿੱਛੇ ਟਾਈਮ 'ਚ ਵੀ ਜੋ ਲੰਘੇ ਨੇ, ਤੇ ਜਿਹਨੇ ਆਪਣੀ ਮਨ ਦੀ ਕੀਤੀ ਹੈ ਉਹਨੂੰ ਕਦੀ ਵੀ ਜ਼ਿੰਦਗੀ 'ਚ ਸਕਸੈਸ ਨਹੀਂ ਮਿਲੀ, ਕਾਮਯਾਬੀ ਨਹੀਂ ਮਿਲੀ। ਅਸਾਂ ਆਪਣੇ ਦਿਲ ਵਿੱਚ ਜਾਂ ਆਪਣੇ ਦਿਮਾਗ 'ਚ ਇੱਕ ਗੱਲ ਬਿਠਾ ਲਈਏ, ਜੇ ਆਪਾਂ ਆਪਣੇ ਦਿਮਾਗ ਦੀ ਕੀਤੀ ਤਾਂ ਫਿਰ ਆਪਾਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ। ਇਸੇ ਕਰਕੇ ਦੂਜੇ ਅਧਿਆਇ 'ਚ ਟੋਟਲੀ ਭਗਵਾਨ ਦੂਜੇ ਅਧਿਆਇ 'ਚ ਕੀ ਪੂਰੀ ਗੀਤਾ 'ਚ ਹੀ ਭਗਵਾਨ ਅਰਜੁਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਚੁੱਪ ਬੇਟਾ ਚੁੱਪ ਕਰਕੇ ਮੇਰੀ ਗੱਲ ਮੰਨ ਲੈ। ਮੈਂ ਜੋ ਕਹਿ ਰਿਹਾ ਮੈਨੂੰ ਐਕਸਪੀਰੀਅੰਸ ਹੈ। ਕਈ ਸਾਲਾਂ ਦਾ ਐਕਸਪੀਰੀਅੰਸ ਹੈ। ਮੈਂ ਵੇਖਿਆ ਇਸ ਸੰਸਾਰ 'ਚ ਕਿੱਦਾਂ ਜੀਣਾ, ਕਿੱਦਾਂ ਰਹਿਣਾ। ਇਸ ਸੰਸਾਰ 'ਚ ਕਿੱਦਾਂ ਜੀਣਾ ਤੇ ਕਿੱਦਾਂ ਰਹਿਣਾ। ਕਿਉਂ? ਕਿਉਂਕਿ ਭਗਵਾਨ ਅਰਜੁਨ ਨੂੰ ਕਹਿ ਰਹੇ ਨੇ, "ਨਾ ਤਵੇਵਾਹਮ ਜਾਤੁ ਨਾਸਮ, ਨਾ ਤਵਮ ਨੇਵੇ ਜਨਾਦਿਪਾ, ਨਾ ਚੈਵ ਵਿਸ਼ਯਾਮਿ ਸਰਵੇ ਮਯ ਮਤః ਪਰਮ।" ਭਗਵਾਨ ਅਰਜੁਨ ਨੂੰ ਅੱਗੇ ਚੌਥੇ ਅਧਿਆਇ 'ਚ ਕਹਿਣਗੇ ਕਿ ਮੇਰੇ ਵੀ ਕਈ ਜਨਮ ਹੋ ਚੁੱਕੇ ਨੇ ਅਰਜੁਨ, ਤੇ ਤੇਰੇ ਵੀ ਕਈ ਜਨਮ ਹੋ ਚੁੱਕੇ ਨੇ, ਪਰ ਮੈਨੂੰ ਮੇਰੇ ਸਾਰੇ ਜਨਮ ਯਾਦ ਨੇ ਤੇ ਤੈਨੂੰ ਤੇਰੇ ਸਾਰੇ ਜਨਮ ਭੁੱਲ ਚੁੱਕੇ ਨੇ। ਕਿਉਂ? ਕਿਉਂਕਿ ਤੂੰ ਜੀਵਾਤਮਾ ਹੈ ਤੇ ਮੈਂ ਪਰਮਾਤਮਾ ਵਾਂ, ਮੈਂ ਭਗਵਾਨ ਹਾਂ। ਮੈਂ ਹੀ ਇਸ ਸ੍ਰਿਸ਼ਟੀ ਦਾ ਪਾਲਣਹਾਰਤਾ ਵਾਂ, ਪਾਲਣ ਕਰਤਾ ਵਾਂ, ਤੇ ਮੈਂ ਹੀ ਇਸ ਸ੍ਰਿਸ਼ਟੀ ਨੂੰ ਨਸ਼ਟ ਕਰਦਾ। ਇਸ ਕਰਕੇ ਮੈਨੂੰ ਹਰ ਇੱਕ ਚੀਜ਼ ਦਾ ਪਤਾ, ਕੌਣ ਕਿੱਥੇ ਕੀ ਕਰ ਰਿਹਾ ਹੈ, ਇਸ ਸੰਸਾਰ 'ਚ ਕੌਣ ਕਿਹਦੀ ਕੀ ਪਲੈਨਿੰਗ ਚੱਲ ਰਹੀ, ਮੈਨੂੰ ਸਭ ਪਤਾ। ਇਸੇ ਕਰਕੇ ਮੇਰੀ ਗੱਲ ਜੋ ਸੁਣੇਗਾ ਲਾਈਫ 'ਚ ਜ਼ਿੰਦਗੀ 'ਚ ਕਦੀ ਵੀ ਉਹ ਅਨਸਕਸੈਸਫੁਲ ਨਹੀਂ ਹੋ ਸਕਦਾ। ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਰ-ਬਾਰ, ਬਾਰ-ਬਾਰ, ਬਾਰ-ਬਾਰ ਕਿ ਕਿਸੇ ਤਰੀਕੇ ਮੇਰੀ ਗੱਲ ਸੁਣ ਲਏਗਾ ਤੇ ਜ਼ਿੰਦਗੀ 'ਚ ਫੇਰ ਸਫਲ ਹੋਏਗਾ। ਅਰਜੁਨ ਜਦੋਂ ਇਸੇ ਕਰਕੇ ਮੇਰੇ ਖਿਆਲ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਅਰਜੁਨ ਜਦੋਂ ਤੱਕ ਆਪਣਾ ਦਿਮਾਗ ਵੀ ਲਾ ਰਿਹਾ, ਆਪਣਾ ਦਿਮਾਗ ਲਾ ਰਿਹਾ, ਫਿਰ ਵੀ ਭਗਵਾਨ ਦੀ ਸੁਣ ਰਿਹਾ। ਇਸੇ ਕਰਕੇ ਭਗਵਾਨ ਨੇ ਭਗਵਦ ਗੀਤਾ 'ਚ ਇਹ ਵੀ ਬੋਲਿਆ ਕਿ ਅਹੰ ਸਰਵस्य ਪ੍ਰਭੂ ਮਤः ਸਰਵੰ ਪ੍ਰਵਰਤਤੇ ਇਤੀ ਮਤਵਾ ਭਜੰਤੇ ਮਾਮ ਬੁੱਧਾ ਭਾਵ ਸਮਨਵਿਤਾ। ਕਿ ਆਪਾਂ ਭਗਵਾਨ ਦੀ ਗੱਲ ਸੁਣਨੀ ਹੈ ਸਭ ਤੋਂ ਉੱਚਾ ਮੰਨ ਕੇ, ਅਹੰ ਸਰਵस्य ਪ੍ਰਭੂ ਮਤः ਸਰਵੰ ਪ੍ਰਵਰਤਤੇ, ਕਿ ਭਗਵਾਨ ਕਹਿ ਰਹੇ ਕਿ ਮੈਂ ਸਾਰੇ ਤੋਂ ਉੱਪਰ ਹਾਂ, ਮੇਰੇ ਤੋਂ ਉੱਪਰ ਕੋਈ ਨਹੀਂ ਹੈਗਾ। ਇਤੀ ਮਤਵਾ ਭਜੰਤੇ ਮਾਮ, ਇਤੀ ਮਤਵਾ ਮਤਲਬ ਮਤੀ, ਇਹ ਦਿਮਾਗ 'ਚ ਰੱਖ ਕੇ ਭਜੰਤੇ ਮਾਮ, ਮੇਰਾ ਭਜਨ ਕਰਨਾ ਹੈ। ਇਤੀ ਮਤਵਾ ਭਜੰਤੇ ਮਾਮ ਬੁੱਧਾ ਭਾਵ ਸਮਨਵਿਤਾ, ਬੁੱਧੀ ਤੇ ਭਾਵ। ਬੁੱਧਾ ਮਤਲਬ ਬੁੱਧੀ, ਦਿਮਾਗ, ਇੰਟੈਲੀਜੈਂਸੀ ਲਾਣੀ, ਤੇ ਭਾਵ ਆਪਣੇ ਦਿਲ ਦੇ ਜਿਹੜੇ ਤੁਹਾਡੇ ਵਿਚਾਰ ਨੇ, ਭਾਵਨਾਵਾਂ ਨੇ, ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ, ਇਹਨਾਂ ਨੂੰ ਨਾਲ-ਨਾਲ ਲੈ ਕੇ ਚੱਲਣਾ। ਬੁੱਧਾ ਭਾਵ ਸਮਨਵਿਤਾ ਮਤਲਬ ਇਕੱਠੇ ਜੋੜ ਕੇ, ਸਮਨਵਿਤਾ ਕਿ ਬੁੱਧੀ ਵੀ ਯੂਜ਼ ਕਰਨੀ ਹੈ ਤੇ ਭਾਵਨਾਵਾਂ ਵੀ ਯੂਜ਼ ਕਰਨੀਆਂ। ਕੀ ਸਹੀ ਹੈ ਤੇ ਕੀ ਗਲਤ ਹੈ, ਉਹ ਭਗਵਾਨ ਦੀ ਗੀਤਾ ਪੜ੍ਹ ਕੇ ਸਾਨੂੰ ਪਤਾ ਲੱਗੇਗਾ। ਨਹੀਂ ਤੇ ਅਸੀਂ ਸੰਸਾਰ ਵਿੱਚ ਭਾਵਨਾਵਾਂ ਦੇ ਵਿੱਚ ਬਹਿ ਜਾਵਾਂਗੇ, ਆਪਣੇ ਬਸ ਭਾਵੁਕ ਹੋ ਕੇ ਲੋਕਾਂ ਦੇ ਬਹਿਕਾਵੇ ਵਿੱਚ ਆ ਜਾਵਾਂਗੇ। ਕੋਈ ਕੁਛ ਕਰ ਰਿਹਾ, ਕੋਈ ਬਾਬਾ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਜੇ ਆਪਾਂ ਭਗਵਾਨ ਦੀ ਨਹੀਂ ਸੁਣਾਂਗੇ, ਸਾਨੂੰ ਕਦੀ ਵੀ ਮੋਕਸ਼ ਦੀ ਪ੍ਰਾਪਤੀ ਕਹਿ ਲਓ ਜਾਂ ਭਗਵਾਨ ਕ੍ਰਿਸ਼ਨਾ ਦੀ ਪ੍ਰਾਪਤੀ, ਅਸਲੀ ਮੋਕਸ਼ ਕੀ ਹੈ? ਅਸਲੀ ਮੋਕਸ਼ ਤੇ ਇਹੀ ਹੈ ਕਿ ਜਨਮ ਤੇ ਮ੍ਰਿਤੂ ਦੇ ਚੱਕਰ 'ਚ ਮੁਕਤ ਹੋ ਕੇ ਭਗਵਾਨ ਦੇ ਕੋਲ ਜਾ ਕੇ ਉਹਨਾਂ ਦੀ ਸੇਵਾ ਕਰਨੀ, ਉਹੀ ਅਸਲੀ ਮੋਕਸ਼ ਹੈ। ਤੇ ਅਲਟੀਮੇਟਲੀ ਭਗਵਾਨ ਅਰਜੁਨ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬੇਟਾ ਮੇਰੀ ਗੱਲ ਸੁਣ ਲੈ, ਨਹੀਂ ਤੇ ਤੂੰ ਧੱਕੇ ਖਾਏਗਾ। ਇਸੇ ਕਰਕੇ ਭਗਵਾਨ ਅਰਜੁਨ ਨੂੰ ਲਾਲਚ ਦੇ ਰਹੇ ਨੇ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭਗਵਾਨ ਜੇ ਕਹਿ ਰਹੇ ਨੇ ਕਿ ਅਰਜੁਨ ਨੂੰ ਦੇਖ ਲਓ, ਭਗਵਾਨ ਕਹਿ ਰਹੇ ਨੇ ਜੇ ਤੂੰ ਮਰੇਗਾ ਤਾਂ ਤੈਨੂੰ ਸਵਰਗ ਦੀ ਪ੍ਰਾਪਤੀ ਹੋਏਗੀ, ਤੇ ਜੇ ਜਿੱਤੇਗਾ ਤੇ ਸਮਰਾਜ ਜਿੱਤੇਗਾ, ਭੋਗ ਕਰੇਗਾ। ਇਹ ਪੋਲਿਟਿਕਸ ਹੈ। ਭਗਵਾਨ ਬੜੀ ਤਗੜੀ ਪੋਲਿਟਿਕਸ ਖੇਡ ਰਹੇ ਨੇ। ਸ਼ੁਰੂ ਚ ਤੇ ਬੱਚੇ ਨੂੰ ਪਹਿਲੇ ਟੋਫੀ ਦਿੱਤੀ ਜਾਂਦੀ ਹੈ, ਬਾਅਦ ਚੋਂ ਟੋਫੀ ਹਟਾ ਲੈਂਦੇ ਨੇ, ਕਿਉਂਕਿ ਬਾਅਦ ਚੋਂ ਉਹਨੂੰ ਸਮਝ ਆ ਜਾਂਦੀ ਕਿ ਨਹੀਂ ਪੜ੍ਹਨਾ ਜ਼ਰੂਰੀ ਹੈ। ਉਸੇ ਤਰ੍ਹਾਂ ਸ਼ੁਰੂ ਚ ਤੇ ਇਨਸਾਨ ਨੂੰ ਪਹਿਲੇ ਭਗਵਾਨ ਕਹਿ ਰਹੇ ਨੇ ਕਿ ਭਗਤੀ ਕਰੋ, ਮੇਰੀ ਕਰੋ। ਪਹਿਲੇ ਭਗਵਾਨ ਕਹਿ ਰਹੇ ਨੇ ਗੀਤਾ 'ਚ ਕਿ ਏਦਾਂ ਕਰੋਗੇ ਤੇ ਇਹ ਹੋ ਜਾਏਗਾ। ਭਗਵਾਨ ਅਰਜੁਨ ਨੂੰ ਕਹਿ ਰਹੇ ਨਾ, ਏਦਾਂ ਕਰੇਗਾ ਤੇ ਏਦਾਂ ਹੋ ਜਾਏਗਾ, ਏਦਾਂ ਕਰੇਗਾ ਏਦਾਂ ਹੋ ਜਾਏਗਾ। ਤੂੰ ਏਦਾਂ ਲੜੇਗਾ ਤੇ ਤੈਨੂੰ ਜਿੱਤ ਪ੍ਰਾਪਤ ਹੋਏਗੀ, ਤੇ ਤਾਂ ਤੂੰ ਸਮਰਾਜ්य ਭੋਗ ਕਰੇਗਾ, ਹਾਰੇਗਾ ਤੇ ਤੈਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ। ਤਾਂ ਸ਼ੁਰੂ ਵਿੱਚ ਤੇ ਅਰਜੁਨ ਨੂੰ ਦੱਸ ਰਹੇ ਨੇ ਕਿ ਤੂੰ ਏਦਾਂ ਕਰ, ਤੇ ਤੈਨੂੰ ਲਾਲਚ ਦੇ ਰਹੇ ਨੇ ਭਗਵਾਨ, ਤੇ ਲਾਲਚੀ ਹੋ ਸਕਦਾ ਭਗਵਾਨ ਕਹਿ ਰਹੇ ਨੇ ਕੀ ਪਤਾ ਸਮਝ ਆ ਜਾਏ। ਅਲਟੀਮੇਟਲੀ ਭਗਵਾਨ ਉਹਦੇ ਕੋਲ ਆਪਣੀ ਮਨਵਾਉਣਾ ਚਾਹੁੰਦੇ ਨੇ ਕਿ ਮੈਂ ਜੋ ਕਹਿ ਰਿਹਾ ਉਹ ਸੱਚ ਹੈ, ਉਹ ਸਹੀ ਹੈ, ਉਹੀ ਸਭ ਤੋਂ ਉੱਪਰ ਹੈ। ਕਿਉਂਕਿ ਭਗਵਾਨ ਨੇ ਦੇਖਿਆ ਕਿ ਕੀ ਸਹੀ ਹੈ, ਕੀ ਗਲਤ ਹੈ। ਕਿਉਂ? ਧਰਮ ਕਿਹਨੂੰ ਪਤਾ ਹੈ? ਅਸਲੀ ਧਰਮ ਦਾ ਗਿਆਤਾ ਕੌਣ ਹੈ? ਅਸਲੀ ਧਰਮ ਦੇ ਗਿਆਤਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਹੈ ਨਾ। ਕਿਉਂਕਿ ਸ਼ਾਸਤਰ ਜਾਂਦੇ ਧਰਮਮ ਤੋ ਸਾਖਸ਼ਾਤ ਭਗਵਤ ਪ੍ਰਨੀਤਮ। ਅਸਲੀ ਧਰਮ ਕੀ ਹੈ? ਅਸਲੀ ਧਰਮ ਉਹੀ ਹੈ ਜੋ ਭਗਵਾਨ ਨੇ ਡਿਸਾਈਡ ਕੀਤਾ ਹੈ। ਧਰਮਮ ਤੋ ਸਾਖਸ਼ਾਤ ਭਗਵਤ ਪ੍ਰਨੀਤਮ, ਜੋ ਭਗਵਾਨ ਨੇ ਡਿਸਾਈਡ ਕੀਤਾ ਉਹੀ ਧਰਮ ਹੈ। ਸ਼ਾਸਤਰਾਂ 'ਚ ਭਾਵੇਂ ਜੋ ਲਿਖਿਆ ਕਿ ਧਰਮ ਇਹ ਵੈ, ਧਰਮ ਇਹ ਵੈ, ਕਿਸੇ ਨੂੰ ਮਾਰਨਾ ਧਰਮ ਨਹੀਂ ਹੈ, ਕਿਸੇ ਨੂੰ ਦੁੱਖ ਪਹੁੰਚਾਉਣਾ ਧਰਮ ਨਹੀਂ ਹੈ। ਜੇ ਭਗਵਾਨ ਨੇ ਕਹਿਤਾ ਕਿ ਉਹਨੂੰ ਮਾਰੋ, ਤਾਂ ਉਹ ਉਸ ਵਕਤ ਸਾਨੂੰ ਉਹਨੂੰ ਮਾਰਨਾ ਹੀ ਧਰਮ ਹੈ। ਕਿਉਂਕਿ ਭਗਵਾਨ ਨੂੰ ਪਤਾ ਹੈ ਨਾ ਉਹ ਬੰਦਾ ਸਹੀ ਹੈ ਜਾਂ ਗਲਤ ਹੈ, ਉਹਦੇ ਅੰਦਰ ਕੀ ਚੱਲ ਰਿਹਾ।
ਇਸੇ ਕਰਕੇ ਇਹ ਤੇ ਸਾਫ਼-ਸਾਫ਼ ਹੀ ਦਿਖਾਈ ਦੇ ਰਿਹਾ, ਇੱਥੇ ਸਾਰੀ ਪੋਲਿਟਿਕਸ ਚੱਲ ਰਹੀ ਪਈ ਹੈ। ਦੇਖਿਓ ਅਰਜੁਨ ਕਨਫਿਊਜ਼ ਹੋ ਰਿਹਾ ਕਿ ਮੇਰੇ ਗੁਰੂਜਨ ਸਾਹਮਣੇ ਬੈਠੇ ਨੇ, ਮੈਂ ਗੁਰੂਜਨਾਂ ਨੂੰ ਕਿੱਦਾਂ ਮਾਰਦਾ। ਅਰਜੁਨ ਆਪਣੇ ਗੁਰੂ ਦੇ ਮੋਹ ਵਿੱਚ ਉਹਨਾਂ ਨੂੰ ਮਾਰਨਾ ਨਹੀਂ ਚਾਹ ਰਿਹਾ, ਲੇਕਿਨ ਭਗਵਾਨ ਨੂੰ ਪਤਾ ਹੈ ਗੁਰੂ ਕਾਹਦਾ ਜਿਹੜਾ ਧਰਮ ਦੀ ਸਾਈਡ ਦੇਵੇ। ਗੁਰੂ ਕਾਹਦਾ ਜਿਹੜਾ ਧਰਮ ਨਾ ਸਿਖਾਏ, ਨਾ ਹੀ ਖੁਦ ਧਰਮ ਪਾਲਨ ਕਰੇ। ਤੇ ਇਹਨੂੰ ਤੇ ਇੰਨਾ ਚੰਗਾ ਤੇ ਗੁਰੂ ਦੀ ਪੂਜਾ ਕਰਨ ਤੋਂ ਚੰਗਾ ਤੇ ਇਹਨੂੰ ਮਾਰ ਦਿੱਤਾ ਜਾਵੇ। ਇਹ ਗੁਰੂ ਥੋੜ੍ਹਾ ਨਾ। ਉਸੇ ਤਰ੍ਹਾਂ ਅਰਜੁਨ ਕਨਫਿਊਜ਼ ਹੈ, ਕਿਉਂ? ਕਿਉਂਕਿ ਅਰਜੁਨ ਭਾਵਨਾਵਾਂ ਵਿੱਚ ਪੂਰਾ ਕਹਿੰਦੇ ਨਾ ਵਹਿੰਦਾ ਪਿਆ, ਮਤਲਬ ਕਹਿੰਦਾ ਭਾਵਨਾਵਾਂ 'ਚ ਡੁੱਲਿਆ ਆਪਣੇ ਗੁਰੂਆਂ ਉੱਤੇ, ਕਹਿ ਲਓ ਕਿ ਗੁਰੂਆਂ ਦੀ ਆਸਕਤੀ ਉਹਨੂੰ ਹੋ ਗਈ ਹੈ, ਆਪਣੇ ਚਾਚੇ ਤਾਇਆਂ ਦੇ ਪੁੱਤਰਾਂ ਨਾਲ, ਉਹਨਾਂ ਦੇ ਭਰਾਵਾਂ ਨਾਲ ਆਸਕਤੀ ਹੋ ਗਈ ਹੈ। ਕਿਉਂ? ਕਿਉਂਕਿ ਉਹ ਅਧਰਮੀ ਨੇ। ਫਿਰ ਵੀ ਅਰਜੁਨ ਨੂੰ ਲੱਗ ਰਿਹਾ ਕਿ ਉਹਨਾਂ ਨੂੰ ਛੱਡ ਦੇਣਾ ਸਹੀ ਹੈ, ਲੇਕਿਨ ਭਗਵਾਨ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਸਾਨੂੰ ਲੱਗ ਰਿਹਾ ਹੋਏਗਾ ਕਿ ਅਰਜੁਨ ਤੇ ਬੇਵਕੂਫ ਹੈ ਯਾਰ, ਸਾਹਮਣੇ ਦਿਖਾਈ ਦੇ ਰਿਹਾ ਕਿ ਉਹ ਗਲਤ ਬੰਦੇ ਨੇ, ਫਿਰ ਵੀ ਅਰਜੁਨ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਲੇਕਿਨ ਪੁਆਇੰਟ ਇਹ ਹੈ ਨਾ ਕਿ ਅਰਜੁਨ ਸਾਡੇ ਵਰਗਾ ਇਨਸਾਨ ਨਹੀਂ ਹੈਗਾ। ਅਰਜੁਨ ਦੇ ਦਿਮਾਗ 'ਚ ਜੋ ਚੱਲ ਰਿਹਾ ਅਸੀਂ ਨਹੀਂ ਸਮਝ ਸਕਦੇ, ਲੇਕਿਨ ਭਗਵਾਨ ਦੇ ਦਿਮਾਗ 'ਚ ਜੋ ਚੱਲ ਰਿਹਾ ਉਹ ਵੀ ਨਹੀਂ ਸਮਝ ਸਕਦੇ, ਕਿਉਂਕਿ ਅਰਜੁਨ ਭਗਵਾਨ ਦਾ ਭਗਤ ਹੈ, ਜਿਹਦੇ ਸਾਹਮਣੇ ਭਗਵਾਨ ਖੜੇ ਨੇ। ਕੋਈ ਆਮ ਇਨਸਾਨ ਨਹੀਂ ਹੈਗਾ। ਤੇ ਅਰਜੁਨ ਕੋਈ ਬੇਵਕੂਫ ਵੀ ਨਹੀਂ ਹੈਗਾ, ਜਿਹਨੂੰ ਕੁਛ ਨਹੀਂ ਪਤਾ ਕਿ ਜਿਹਨੂੰ ਮਾਰਨਾ, ਕਿਹਨੂੰ ਨਹੀਂ ਮਾਰਨਾ। ਅਰਜੁਨ ਨੂੰ ਸਾਰਾ ਪਤਾ ਹੈ। ਅਲਟੀਮੇਟਲੀ ਅਰਜੁਨ ਭਗਵਾਨ ਕੋਲੋਂ ਪੂਰੀ ਤਹਿਕੀਕਾਤ ਕਰਵਾਉਣਾ ਚਾਹੁੰਦਾ ਕਿ ਸੱਚ ਕੀ ਹੈ ਤੇ ਗਲਤ ਕੀ ਹੈ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਕਈ ਸਾਰੀਆਂ ਸੰਸਥਾਵਾਂ ਏਦਾਂ ਨੇ, ਜਿੱਦਾਂ ਜਿਹੜੇ ਲੋਕਾਂ ਨੂੰ ਠੱਗਦੇ ਨੇ, ਤੇ ਲੋਕੀ ਉਹਨਾਂ ਦੇ ਮਤਲਬ ਚੰਗੇ-ਚੰਗੇ ਪ੍ਰਵਚਨ, ਉਹਨਾਂ ਦੇ ਚੰਗੇ-ਚੰਗੇ ਭਜਨਾਂ ਵਿੱਚ ਮਸਤ ਹੋ ਕੇ ਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਦੇ ਨੇ, ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਅਸਲੀ ਸਿੱਖਿਆ ਹੈ ਕੀ ਹੈ। ਤਾਂ ਉਹਨਾਂ ਨੂੰ ਚੰਗੇ-ਚੰਗੇ ਸ਼ਬਦਾਂ ਨਾਲ ਉਹਨਾਂ ਦਾ ਪ੍ਰਵਚਨ ਕਰਦੇ ਨੇ ਲੋਕੀ। ਅਸੀਂ ਅਲਟੀਮੇਟਲੀ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਅਰਜੁਨ, ਇਹ ਜਿਹੜੀ ਵਾਰਤਾ ਚੱਲ ਰਹੀ ਹੈ ਨਾ, ਇਸ ਤੋਂ ਸਾਨੂੰ ਇਹੀ ਸਿੱਖਣ 'ਚ ਮਿਲਦਾ ਹੈ ਕਿ ਅਸੀਂ ਕਿਸੇ ਨੂੰ ਕੌਣ ਸਹੀ ਤੇ ਕੌਣ ਗਲਤ, ਜਿਹਨੂੰ ਅਸੀਂ ਇੰਗਲਿਸ਼ 'ਚ ਕਹਿ ਲੈਂਦੇ ਡਿਸਕ੍ਰਿਮੀਨੇਸ਼ਨ ਪਾਵਰ, ਭੇਦ-ਭਾਵ, ਕਿ ਕਿਹੜਾ ਗਲਤ ਤੇ ਕਿਹੜਾ ਸਹੀ ਹੈ, ਉਹ ਚੰਗੀ ਤਰ੍ਹਾਂ ਸਾਨੂੰ ਸਮਝ ਆ ਜਾਏ। ਕਿਉਂਕਿ ਬੜੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਕਿਸੇ ਨੂੰ ਜੱਜ ਕਰਨ ਲਈ। ਕਿਸੇ ਇਨਸਾਨ ਨੂੰ ਜੱਜ ਕਰਨਾ ਇਹ ਬਹੁਤ ਡਿਫਿਕਲਟ ਕੰਮ ਹੈ, ਕਿਉਂਕਿ ਉਸ ਲਈ ਤੁਹਾਨੂੰ ਪੂਰਾ ਧਰਮ ਪਤਾ ਹੋਣਾ ਚਾਹੀਦਾ ਹੈ, ਪੂਰੀ ਭਗਤੀ ਪਤਾ ਹੋਣੀ ਚਾਹੀਏ, ਭਗਵਦ ਗੀਤਾ ਦੇ ਬਾਰੇ ਪਤਾ ਹੋਣਾ ਚਾਹੀਏ, ਕੀ ਲਿਖਿਆ ਭਗਵਦ ਗੀਤਾ, ਜਿੱਦਾਂ ਭਗਵਾਨ ਨੇ ਕਿਹਾ ਕਿ ਧਰਮ ਸ਼ਾਸਤਰਾਂ 'ਚ ਕਿੱਦਾਂ ਲਿਖਿਆ, ਕਿਸੇ ਨੂੰ ਕਿੱਦਾਂ ਤੁਸੀਂ ਡਿਸਕ੍ਰਿਮੀਨੇਟ ਕਰਨਾ, ਕਹਿੰਦੇ ਭੇਦਭਾਵ ਕਹਿ ਲਓ ਕਿ ਕੌਣ ਸਹੀ ਹੈ, ਕੌਣ ਗਲਤ ਹੈ, ਕਿੰਨਾ ਗਲਤ ਹੈ, ਕਿੰਨਾ ਸਹੀ ਹੈ। ਕਿਉਂਕਿ ਜੇ ਆਪਾਂ ਨਹੀਂ ਜਾਣਦੇ ਤੇ ਸਾਨੂੰ ਕੋਈ ਨਾ ਕੋਈ ਠੱਗ ਸਕਦਾ। ਇਸੇ ਕਰਕੇ ਅਲਟੀਮੇਟਲੀ ਭਗਵਾਨ ਤੇ ਅਰਜੁਨ ਦੀ ਜਿਹੜੀ ਹੈ ਡਿਸਕਸ਼ਨ ਚੱਲ ਰਹੀ ਹੈ ਨਾ, ਇਹ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਜ਼ਰੂਰੀ ਡਿਸਕਸ਼ਨ ਹੈ, ਜਿਸ ਤੋਂ ਸਾਨੂੰ ਪਤਾ ਚੱਲਦਾ ਕਿ ਇੱਕ ਗੁਰੂ ਤੇ ਇੱਕ ਸ਼ਿਸ਼ਯ ਦਾ ਕਰਤੱਵਯ ਕੀ ਹੈ। ਇੱਕ ਗੁਰੂ ਦਾ ਕਰਤੱਵਯ ਹੈ ਕਿ ਉਹ ਆਪਣੇ ਸ਼ਿਸ਼ਯ ਦੇ ਸਾਰੇ ਜਿੰਨੇ ਵੀ ਸਵਾਲ ਨੇ ਉਹਨਾਂ ਦੇ ਉੱਤਰ ਦੇਵੇ, ਤੇ ਇੱਕ ਸ਼ਿਸ਼ਯ ਦਾ ਕਰਤੱਵਯ ਹੈ ਕਿ ਐਵੇਂ ਚੁੱਪ ਕਰਕੇ ਬੁੱਤ ਬਣ ਕੇ ਨਹੀਂ ਬੈਠਿਆ ਰਹਿਣਾ, ਦਿਮਾਗ ਯੂਜ਼ ਕਰਨਾ, ਆਪਣਾ ਦਿਮਾਗ ਲਾਉਣਾ ਹੈ, ਤੇ ਜੋ ਗੁਰੂ ਨੇ ਕਹਾ ਤਾ ਉਹ ਚੁੱਪ ਕਰਕੇ ਗੱਲ ਨਹੀਂ ਮੰਨੀ ਜਾਣੀ। ਗੁਰੂ ਨੂੰ ਵੀ ਪ੍ਰਸ਼ਨ ਕਰਨਾ ਕਿ ਗੁਰੂ ਜੀ ਏਦਾਂ ਮੈਨੂੰ ਤੁਸੀਂ ਕਿਹਾ ਸੀ ਤੇ ਏਦਾਂ ਕਿਉਂ, ਮਤਲਬ ਥੋੜਾ ਸਮਝਾਓਗੇ, ਥੋੜਾ ਐਟੀਕੇਟਸ ਨਾਲ, ਥੋੜਾ ਆਪਾਂ ਗੁਰੂ ਨੂੰ ਪ੍ਰਸ਼ਨ ਵੀ ਪੁੱਛਣੇ ਆ ਕਿ ਗੁਰੂ ਜੀ ਏਦਾਂ ਹੈ ਤੇ ਏਦਾਂ ਕਿਉਂ ਹੈ, ਥੋੜਾ ਸਮਝਾਓ ਹਾਂ ਮੈਨੂੰ। ਸਾਨੂੰ ਪ੍ਰਸ਼ਨ ਪੁੱਛਣੇ ਚਾਹੀਦੇ ਨੇ। ਜਿੰਨਾ ਜ਼ਿਆਦਾ ਪ੍ਰਸ਼ਨ ਪੁੱਛਾਂਗੇ, ਸਾਡੀ ਬੁੱਧੀ ਓਨੇ ਜ਼ਿਆਦਾ ਆਪਾਂ ਇੰਟੈਲੀਜੈਂਟ ਹੋਵਾਂਗੇ, ਓਨੇ ਜ਼ਿਆਦਾ ਬੁੱਧੀਮਾਨ ਬਣਾਂਗੇ, ਕਿਉਂਕਿ ਆਉਣ ਵਾਲੇ ਸਮੇਂ 'ਚ ਫਿਰ ਅਸੀਂ ਵੀ ਤੇ ਲੋਕਾਂ ਨੂੰ ਸਮਝਾਉਣਾ ਨਾ। ਜੇ ਭਗਵਾਨ ਨੇ ਗੀਤਾ 'ਚ ਕਿਹਾ ਨਾ ਕਿ ਗੀਤਾ ਦਾ ਪ੍ਰਚਾਰ ਕਰੋ, ਜੋ ਮੈਂ ਗਿਆਨ ਤੁਹਾਨੂੰ ਦਿੱਤਾ ਅੱਗੇ ਲੋਕਾਂ ਨੂੰ ਦੱਸੋ, ਤਾਂ ਕਿ ਲੋਕਾਂ ਦਾ ਭਲਾ ਹੋਵੇ। ਉਸੇ ਤਰ੍ਹਾਂ ਜੇ ਸਾਨੂੰ ਕੁਛ ਸਮਝ ਆਏਗੀ ਤਾਂਹੀਓ ਤਾਂ ਆਪਾਂ ਕਿਸੇ ਨੂੰ ਸਮਝਾ ਸਕਦੇ ਹਾਂ। ਜੇ ਸਾਨੂੰ ਹੀ ਸਮਝ ਨਾ ਆਈ ਤਾਂ ਅਸੀਂ ਦੂਜੇ ਨੂੰ ਕੀ ਸਮਝਾਵਾਂਗੇ। ਉਸੇ ਤਰ੍ਹਾਂ ਜਿਹੜਾ ਚੁੱਪ ਕਰਕੇ ਸੁਣੀ ਜਾਂਦਾ, ਜਾਂ ਤੇ ਉਹਨੂੰ ਬਿਲਕੁਲ ਪੂਰਾ ਸਮਝ ਆ ਰਿਹਾ, ਜਾਂ ਤੇ ਉਹਦੇ ਉੱਪਰੋਂ ਨਿਕਲਦਾ ਜਾ ਰਿਹਾ। ਇਸੇ ਕਰਕੇ ਜਿਹੜਾ ਕੁਐਸਚਨ ਪੁੱਛਦਾ ਹੈ, ਜਿਹੜਾ ਸਟੂਡੈਂਟ ਜਾਂ ਜਿਹੜਾ ਸ਼ਿਸ਼ਯ ਆਪਣੇ ਗੁਰੂ ਨੂੰ ਸਵਾਲ ਪੁੱਛਦਾ ਹੈ, ਉਹੀ ਸਭ ਤੋਂ ਇੰਟੈਲੀਜੈਂਟ ਹੁੰਦਾ ਤੇ ਉਹੀ ਸਭ ਤੋਂ ਜ਼ਿਆਦਾ ਅ, ਜ਼ਿੰਦਗੀ ਵਿੱਚ ਸਿੱਖ ਪਾਉਂਦਾ। ਤੇ ਇਸ ਵਿੱਚ ਭਗਵਾਨ ਅਰਜੁਨ ਨੂੰ, ਵੈਸੇ ਅਰਜੁਨ ਦੇ ਮਾਧਿਅਮ ਤੋਂ ਸਾਨੂੰ ਸਿਖਾ ਰਹੇ ਨੇ ਕਿ ਭਈਆ ਅਲਟੀਮੇਟਲੀ ਭਗਤੀ ਕੀ ਹੈ? ਭਗਤੀ ਮਤਲਬ ਭਗਵਾਨ ਦੀ ਗੱਲ ਮੰਨਣਾ। ਤੇ ਦੂਜੇ ਸ਼ਲੋਕ 'ਚ, ਅਗਲੇ ਸ਼ਲੋਕ 'ਚ ਕੀ ਕਹਿ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ? ਅਗਲੇ ਸ਼ਲੋਕ 'ਚ ਕਹਿ ਰਹੇ ਨੇ ਕਿ ਸੁਖ ਦੁਖੇ ਸਮੇ ਕ੍ਰਿਤਵਾ ਲਾਭਾ ਲਾਭੋ ਜਯਾ ਜਯੋ ਤਤੋ ਯੁੱਧਾਯ ਯੁਜਤਸਵ ਨੈਵੰ ਪਾਪਮ ਅਵਾਪਸਯਸੀ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਨੇ ਕਿ ਤੂੰ ਸੁੱਖ ਤੇ ਦੁੱਖ, ਹਾਨੀ ਤੇ ਲਾਭ, ਵਿਜੇ ਤੇ ਪਰਾਜੇ, ਜਿੱਤ ਤੇ ਹਾਰ ਜਾਂ ਹਾਰ ਦਾ ਵਿਚਾਰ ਕੀਤੇ ਬਿਨਾ ਯੁੱਧ ਦੇ ਲਈ ਯੁੱਧ ਕਰ। ਭਗਵਾਨ ਕਹਿ ਰਹੇ ਨੇ ਏਦਾਂ ਕਰਨ ਨਾਲ ਤੈਨੂੰ ਪਾਪ ਨਹੀਂ ਲੱਗਣਗੇ। ਜਿਹੜਾ ਇਨਸਾਨ ਸੁੱਖ ਤੇ ਦੁੱਖ, ਹਾਨੀ ਤੇ ਲਾਭ, ਤੇ ਜਿੱਤ ਤੇ ਪਰਾਜੇ ਤੋਂ ਬਗੈਰ
ਸਿਰਫ ਭਗਵਾਨ ਦੀ ਅਲਟੀਮੇਟਲੀ ਇਹਦੇ ਪਿੱਛੇ ਰਾਜ਼ ਕੀ ਹੈ? ਅਲਟੀਮੇਟਲੀ ਭਗਵਾਨ ਕਹਿਣਾ ਚਾਹੁੰਦੇ ਹੈ ਕਿ ਜੇ ਮੈਂ ਜੋ ਕਹਿ ਤਾ ਨਾ, ਉਹ ਜੇ ਤੂੰ ਆਪਣੀ ਜ਼ਿੰਦਗੀ ਚਲਾ ਲਿਆ, ਤਾਂ ਤੈਨੂੰ ਪਾਪ ਨਹੀਂ ਲੱਗੇਗਾ, ਅਰਜੁਨ ਦੇ ਕਹਿਣ ਤੇ। ਅਲਟੀਮੇਟਲੀ ਅਸੀਂ ਸੰਸਾਰ 'ਚ ਕੁਛ ਵੀ ਕਰਦੇ ਹਾਂ ਤੇ ਆਪਣੇ ਸੁੱਖ ਲਈ ਕਰਦੇ ਹਾਂ ਨਾ, ਅਸੀਂ ਆਪਣੇ ਸੁੱਖ ਲਈ ਕਰਦੇ ਹਾਂ। ਉਹਦੇ ਵਿੱਚ ਕੀ ਹੈ? ਸਵਾਰਥ ਭਾਵਨਾ ਤੇ ਆਪਣੇ ਹਾਨੀ ਜਾਂ ਲਾਭ ਲਈ ਕਰਦੇ ਹਾਂ। ਸਾਡੀ ਹਾਨੀ ਹੋਵੇ, ਮਤਲਬ ਸੋਰੀ ਹਾਨੀ ਨਹੀਂ, ਲਾਭ ਹੋਵੇ, ਸਾਨੂੰ ਪ੍ਰੋਫਿਟ ਹੋਵੇ, ਅਸੀਂ ਤਾਂ ਹੀ ਕੁਛ ਕੰਮ ਕਰਦੇ ਹਾਂ। ਵਿਜੇ ਜਾਂ ਪਰਾਜੇ, ਇਸ ਸੰਸਾਰ 'ਚ ਅਸੀਂ ਉਹ ਕੰਮ ਤਾਂਹੀਓ ਕਰਦੇ ਹਾਂ ਜਿਹਦੇ ਵਿੱਚ ਸਾਡੀ ਜਿੱਤ ਹੋਵੇ, ਤੇ ਜਿਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਮੈਂ ਇਹਦੇ 'ਚ ਹਾਰ ਜਾਣਾ, ਅਸੀਂ ਉਹ ਹਰਗਿਜ਼ ਨਹੀਂ ਕਰਦੇ ਨੀ ਕੰਮ। ਤੇ ਉਸੇ ਤਰ੍ਹਾਂ ਅਲਟੀਮੇਟਲੀ ਹਰ ਇੱਕ ਬੰਦਾ ਆਪਣਾ ਫਾਇਦਾ ਸੋਚਦਾ ਹੈ। ਲੇਕਿਨ ਭਗਵਾਨ ਇਸ ਸ਼ਲੋਕ 'ਚ ਅਰਜੁਨ ਨੂੰ ਇਹ ਦੱਸ ਰਹੇ ਨੇ ਕਿ ਭਈਆ ਇੱਥੋਂ ਦੂਜੇ ਸ਼ਲੋਕ 'ਚ ਥੋੜਾ ਚੇਂਜ ਆ ਗਿਆ, ਅਗਲੇ ਸ਼ਲੋਕ 'ਚ। ਪਹਿਲੇ ਤੇ ਭਗਵਾਨ ਕਹਿ ਰਹੇ ਕਿ ਲਾਲਚ ਦੇ ਰਹੇ ਨੇ ਕਿ ਤੈਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ ਜੇ ਤੂੰ ਹਾਰੇਂਗਾ, ਤੇ ਜੇ ਜਿੱਤੇਂਗਾ ਤੇ ਸੰਸਾਰ ਦੀ ਭੋਗ ਕਰੇਂਗਾ। ਲੇਕਿਨ ਇਸ ਵਿੱਚ ਭਗਵਾਨ ਅਰਜੁਨ ਨੂੰ ਬਿਲਕੁਲ ਚੇਂਜ ਕਰ ਰਹੇ ਨੇ। ਅਲਟੀਮੇਟਲੀ ਕਹਿ ਰਹੇ ਨੇ ਕਿ ਤੂੰ ਆਪਣੇ ਬਾਰੇ ਨਹੀਂ ਸੋਚਣਾ, ਤੂੰ ਯੁੱਧ ਦੇ ਲਈ ਯੁੱਧ ਕਰ। ਕਿਉਂ? ਕਿਉਂਕਿ ਜਿਹੜਾ ਆਪਣਾ ਕਰਤੱਵਯ ਕਰਦਾ ਹੈ, ਸ਼ਤਰੀਏ ਧਰਮ ਜਿਹੜਾ ਪਾਲਣ ਕਰਦਾ ਹੈ, ਜਿੱਦਾਂ ਧਰਮ ਖੇਤਰ, ਕੁਰੂਕਸ਼ੇਤਰ ਵਿੱਚ ਜਿਹੜਾ ਕਿਹਦੀ ਜਿੱਤ ਹੋਏਗੀ? ਧਾਰਮਿਕ ਵਿਅਕਤੀ ਦੀ, ਅਧਾਰਮਿਕ ਦੀ ਕਦੀ ਵੀ ਜਿੱਤ ਨਹੀਂ ਹੋਏਗੀ। ਜਿਹੜਾ ਗੰਦਾ ਬੰਦਾ, ਜਿਹੜਾ ਪਾਪ ਕਰਦਾ ਹੈ, ਅਧਰਮ ਕਰਦਾ ਹੈ, ਉਹਦੀ ਕਦੀ ਵੀ ਜਿੱਤ ਨਹੀਂ ਹੋ ਸਕਦੀ, ਹਮੇਸ਼ਾ ਧਰਮ ਦੀ ਜਿੱਤ ਹੋਏਗੀ। ਬਟ ਇੱਥੇ ਅਰਜੁਨ ਨੂੰ ਕਹਿ ਰਹੇ ਨੇ ਤੂੰ क्षत्रिय ਹੈ, ਜੇ ਤੂੰ क्षत्रिय ਹੋਣ ਦੇ ਨਾਤੇ ਆਪਣੇ ਧਰਮ ਦਾ ਪਾਲਣ ਕਰੇਂਗਾ ਤੇ ਤੂੰ ਜਿੱਤੇਂਗਾ ਤੇ ਨਾਲ ਤੈਨੂੰ ਕਦੀ ਵੀ ਪਾਪ ਨਹੀਂ ਲੱਗੇਗਾ। ਅਰਜੁਨ ਦੇ ਪਿੱਛੇ ਕੁਐਸਚਨ ਵੀ ਆਏ ਨੇ ਕਿ ਮੈਨੂੰ ਏਦਾਂ ਪਾਪ ਲੱਗਣਗੇ ਜੇ ਮੈਂ ਮਾਰਾਂਗਾ, ਇਹ ਹੈ, ਉਹ ਹੈ, ਪਤਾ ਨਹੀਂ ਕਿਆ-ਕਿਆ ਅਰਜੁਨ ਆਪਣੇ ਵੱਲੋਂ ਕਹਿ ਰਿਹਾ। ਤੇ ਅਲਟੀਮੇਟਲੀ ਜਿੱਦਾਂ ਇੱਕ ਸਟੋਰੀ ਆਉਂਦੀ ਹੈ ਮੁਸਲਿਮ ਧਰਮ ਦੇ ਵਿੱਚ, ਜਦੋਂ ਪ੍ਰੋਫਿਟ ਮੁਹੰਮਦ ਸੀ, ਉਹ ਪਹਿਲੇ ਮੱਕਾ ਰਹਿੰਦੇ ਹੁੰਦੇ ਸੀ। ਤੇ ਮੱਕੇ ਦੇ ਵਿੱਚ ਕੀ ਹੋਇਆ ਕਿ ਜਿਹੜੇ ਜਿੱਦਾਂ ਸਾਡੇ ਇੱਥੇ ਮੰਦਿਰਾਂ 'ਚ ਪੰਡਿਤ ਹੁੰਦੇ ਨੇ, ਓਦਾਂ ਹੀ ਮੱਕੇ ਦੇ ਵਿੱਚ ਜਿਹੜੇ ਪੰਡਿਤ ਲਾ ਲਓ ਜਾਂ ਕੋਈ ਵੀ ਉੱਥੇ ਪੂਜਾ ਕਰਨ ਵਾਲੇ ਜਿਹੜੇ ਸੰਤ ਸੀ, ਸਾਧੂ ਸੰਤ, ਉਹ ਕੀ ਕਰ ਰਹੇ ਸੀ? ਬਿਜ਼ਨਸ ਕਰ ਰਹੇ ਸੀ, ਜਿੱਦਾਂ ਅੱਜ ਮੰਦਿਰਾਂ 'ਚ ਅੱਜ-ਕੱਲ੍ਹ ਚੱਲ ਰਿਹਾ। ਹਿੰਦੁਸਤਾਨ 'ਚ ਜਿੱਦਾਂ ਚੱਲ ਰਿਹਾ ਮੰਦਿਰਾਂ 'ਚ, ਬਸ ਪੰਡਿਤ ਜਾਓ ਜੀ, ਪ੍ਰਸ਼ਾਦ ਚੜਾਓ ਜੀ, ਮੱਥਾ ਟੇਕੋ ਜੀ, ਜਾਓ ਜੀ ਘਰਾਂ ਨੂੰ। ਮਤਲਬ ਕੁਛ ਉਹਨਾਂ ਨੂੰ ਇਹ ਨਹੀਂ ਕਿ ਆਪਾਂ ਗਿਆਨ ਦੇਈਏ ਲੋਕਾਂ ਨੂੰ, ਕੋਈ ਨਹੀਂ ਉਹਨਾਂ ਦੇ ਮਤਲਬ ਚਿੰਤਾ ਨਹੀਂ ਹੈਗੀ ਪੰਡਿਤਾਂ ਨੂੰ ਕਿ ਲੋਕਾਂ ਦਾ ਉਧਾਰ ਕਿੱਦਾਂ ਹੋਏਗਾ, ਉਹਨਾਂ ਨੂੰ ਸਹੀ ਗਿਆਨ ਕੌਣ ਦੇਗਾ, ਕਿੱਦਾਂ ਮਿਲੇਗਾ। ਮਤਲਬ ਆਪੇ ਉਹਨਾਂ ਨੂੰ ਗਿਆਨ ਨਹੀਂ ਹੈਗਾ, ਆਪੇ ਉਹਨਾਂ ਨੂੰ ਕੁਛ ਨੌਲੇਜ ਨਹੀਂ ਪਤਾ ਤੇ ਲੋਕਾਂ ਨੂੰ ਕੀ ਸਮਝਾਉਣਗੇ, ਆਪੇ ਕੋਈ ਸਮਝ ਨਹੀਂ ਹੈਗੀ ਉਹਨਾਂ ਨੂੰ। ਇਸੇ ਕਰਕੇ ਬਸ ਪੈਸਾ ਬਣਾਉਣ ਤੇ ਲੱਗੇ ਹੋਏ ਨੇ। ਉਸੇ ਤਰ੍ਹਾਂ ਮੱਕਾ ਜਿਹੜਾ ਸੀ, ਉੱਥੇ ਲੋਕੀ ਏਦਾਂ ਪੈਸਾ ਬਣਾ ਰਹੇ ਸੀ ਪੰਡਿਤ ਲੋਕ। ਤੇ ਜਦੋਂ ਪ੍ਰੋਫਿਟ ਮੁਹੰਮਦ ਆਏ ਤੇ ਉਹਨਾਂ ਨੇ ਦੇਖਿਆ ਕਿ ਏਦਾਂ ਲੋਕੀ ਪੈਸੇ ਹੀ ਕਮਾਈ ਜਾ ਰਹੇ ਨੇ, ਲੇਕਿਨ ਭਗਵਾਨ ਅੱਲਾ ਦੀ ਭਗਤੀ ਨਹੀਂ ਸਿਖਾਈ ਜਾ ਰਹੀ, ਤੇ ਉਹਨਾਂ ਨੇ ਉੱਥੇ ਵਿਰੋਧ ਕੀਤਾ। ਤੇ ਉਹ ਫਿਰ ਉੱਥੋਂ ਦੇ ਜਿਹੜੇ ਪੰਡਿਤ ਸੀ ਉਹਨਾਂ ਨੇ ਇਹਨਾਂ ਨੂੰ ਭਜਾਤਾ, ਇੱਥੋਂ ਭੱਜ ਜਾ ਤੂੰ ਇੱਥੋਂ, ਉਹਨਾਂ ਨੂੰ ਮਾਰ ਮੂਰ ਕੇ ਤੇ ਭਜਾਤਾ। ਤੇ ਫਿਰ ਜਿਹੜੇ ਪ੍ਰੋਫਿਟ ਮੁਹੰਮਦ ਸੀ ਉਹ ਥੋੜੀ ਦੂਰ ਜਾ ਕੇ ਇੱਕ ਆਈਲੈਂਡ ਤੇ ਰਹੇ, ਇੱਕ ਦਵੀਪ ਤੇ ਰਹੇ, ਜਿੱਥੇ ਉਹਨਾਂ ਨੇ ਆਪਣਾ ਮਦੀਨਾ ਬਣਾਇਆ। ਤੇ ਉੱਥੇ ਫਿਰ ਉਹਨਾਂ ਨੇ ਚੰਗਾ ਪ੍ਰਚਾਰ ਕੀਤਾ, ਮਤਲਬ ਭਗਤੀ ਦਾ, ਸ਼ੁੱਧ ਭਗਤੀ ਦਾ ਪ੍ਰਚਾਰ ਕੀਤਾ। ਤੇ ਉਹਨਾਂ ਨੇ ਚੰਗੇ ਲੋਕ ਜੋੜੇ ਆਪਣੇ ਨਾਲ। ਤਾਂ ਫਿਰ ਉਹਨਾਂ ਨੇ ਕਿਹਾ ਕਿ ਆਪਾਂ ਉਹ ਜਿਹੜਾ ਮੱਕਾ ਵਾ, ਪੂਰੀ ਦੁਨੀਆ ਦੀ ਜਿਹੜੀ ਸ਼ਰਧਾ ਵਾ ਉੱਥੇ ਟਿਕੀ ਹੋਈ, ਤੇ ਆਪਾਂ ਉੱਥੇ ਗਲਤ ਮੈਸੇਜ ਪੂਰੀ ਦੁਨੀਆ ਨੂੰ ਜਾ ਰਿਹਾ, ਆਪਾਂ ਉਹ ਰੋਕਣਾ, ਗਲਤ ਮੈਸੇਜ ਜਾਣ ਤੋਂ ਰੋਕਣਾ। ਅਸਲੀ ਮੈਸੇਜ ਹੈ ਕਿ ਅੱਲਾ ਨਾਲ ਪਿਆਰ ਕਰਨਾ। ਤਾਂ ਉੱਥੇ ਫਿਰ ਲੜਨ ਲਈ ਗਏ, ਹਥਿਆਣ ਲਈ ਕਿ ਸਾਨੂੰ ਮੱਕਾ ਮਿਲ ਜੇ। ਤੇ ਉਸਦੇ ਨਾਲ ਹੀ ਜਿਹੜੀ ਪ੍ਰੋਫਿਟ ਮੁਹੰਮਦ ਦੀ ਜਿਹੜੀ ਟੀਮ ਸੀ, ਜਿਹੜੀ ਉਹਨਾਂ ਦੀ ਸੈਨਾ ਸੀ, ਉਹਨਾਂ ਵਿੱਚ ਇੱਕ ਕਮਾਂਡਰ ਸੀ ਜਿਹਦਾ ਨਾਮ ਸੀ ਅਬੂ ਬਕਰ। ਤੇ ਅਬੂ ਬਕਰ ਵੀ ਲੜਨ ਗਿਆ ਯੁੱਧ ਵਿੱਚ। ਤੇ ਜਦੋਂ ਅਬੂ ਬਕਰ ਲੜ ਰਿਹਾ ਸੀ ਯੁੱਧ ਨਾਲ, ਜਿਹੜੇ ਮੱਕਾ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਜਾਂ ਉਹਨਾਂ ਦਾ ਜਿਹੜਾ ਲੀਡਰ, ਟੀਮ ਲੀਡਰ ਸੀ, ਉਹਨਾਂ ਜਦੋਂ ਲੜ ਰਿਹਾ ਸੀ ਅਬੂ ਬਕਰ, ਤਾਂ ਉਹਨੂੰ ਮਾਰਨ ਲੱਗਾ ਸੀ। ਬਸ ਮਰਨ ਹੀ ਵਾਲਾ ਸੀ, ਉਹਦੇ ਮਤਲਬ ਉਹਨੂੰ ਮਾਰਨ ਵਾਲਾ ਸੀ। ਤੇ ਉਹਨਾਂ ਦੇ ਜਿਹੜੇ ਲੀਡਰ ਨੇ, ਐਂਟੀ ਪਾਰਟੀ ਦਾ ਜਿਹੜਾ ਲੀਡਰ ਸੀ, ਮੱਕਾ ਦਾ ਜਿਹੜਾ ਲੀਡਰ ਸੀ, ਉਹਨੇ ਕਿਹਾ ਅਬੂ ਬਕਰ ਨੂੰ ਕਿ ਉਹਨੇ ਗਾਲਾਂ ਕੱਢ ਕੇ ਕਿਹਾ ਕਿ ਤੂੰ ਮਾਰ ਮੈਨੂੰ ਸਾਲੇ, ਅੱਜ ਤੂੰ ਮਾਰ ਮੈਨੂੰ, ਮਾਰ ਕੇ ਕਿੱਦਾਂ, ਮਤਲਬ ਮਾਰ ਕੇ ਵਿਖਾ ਤੂੰ ਅੱਜ। ਉਹਦੇ ਮੂੰਹ ਤੇ ਥੁੱਕ ਕੇ ਉਹਨੂੰ 2-4 ਗਾਲਾਂ ਕੱਢ ਕੇ ਉਹਨੂੰ ਜਲੀਲ ਕਰਕੇ ਉਹਨੂੰ ਕਹਿੰਦਾ ਮੈਨੂੰ ਮਾਰ ਕੇ ਵਿਖਾ ਦੂੰ ਅੱਜ ਕਿੱਦਾਂ ਮਾਰਦਾ। ਤਾਂ ਉਹਨੇ, ਅਬੂ ਬਕਰ ਨੇ ਉਹਨੂੰ ਉਸ ਵਕਤ ਨਹੀਂ ਮਾਰਿਆ। ਇੱਥੇ ਬਹੁਤ ਹੀ ਚੰਗੀ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਕਿ ਉਹਨੇ ਉੱਥੇ ਉਹਨੂੰ ਕਿਉਂ ਨਹੀਂ ਮਾਰਿਆ। ਉੱਥੇ ਅਬੂ ਬਕਰ ਨੇ ਉਸਦੇ ਜਿਹੜਾ ਮੰਤਰੀ ਸੀ ਉਹਨੂੰ ਇਸ ਕਰਕੇ ਨਹੀਂ ਮਾਰਿਆ ਕਿਉਂਕਿ ਉੱਥੇ ਜਦੋਂ ਉਹਨੇ ਕਿਹਾ ਕਿ ਪਹਿਲਾਂ ਜਦੋਂ ਮੈਂ ਲੜ ਰਿਹਾ ਸੀ ਨਾ, ਤਾਂ ਮੈਂ ਅੱਲਾ ਲਈ ਲੜ ਰਿਹਾ ਸੀ। ਲੇਕਿਨ ਹੁਣ ਜਦੋਂ ਤੂੰ ਮੈਨੂੰ ਗਾਲਾਂ ਕੱਢੀਆਂ ਨਾ, ਤੇ ਜਦੋਂ ਮੇਰੇ ਮੂੰਹ ਤੇ ਥੁੱਕਿਆ, ਤਾਂ ਮੈਨੂੰ ਉਹ ਚੰਗਾ ਨਹੀਂ ਲੱਗਾ। ਮੇਰੇ ਦਿਲ ਨੂੰ ਠੇਸ ਲੱਗੀ ਕਿ ਤੂੰ ਮੇਰੇ ਮੂੰਹ ਤੇ ਥੁੱਕਿਆ ਕਿੱਦਾਂ? ਤੇ ਇਹ ਚੰਗੀ ਗੱਲ ਨਹੀਂ ਹੈਗੀ। ਤੇ ਹੁਣ ਮੈਂ ਜਦੋਂ ਤੈਨੂੰ ਮਾਰਾਂਗਾ ਨਾ, ਤੇ ਆਪਣੀ ਇੱਜ਼ਤ ਕਰਕੇ ਮਾਰਾਂਗਾ ਕਿ ਤੂੰ ਮੇਰੀ ਇੱਜ਼ਤ ਤੇ ਥੁੱਕ ਸੁੱਟਿਆ, ਮੇਰੇ ਮੂੰਹ ਤੇ ਥੁੱਕ ਸੁੱਟਿਆ, ਮੈਨੂੰ ਗਾਲਾਂ ਕੱਢੀਆਂ ਤੇ ਮੈਨੂੰ ਦੁੱਖ ਲੱਗਾ। ਤੇ ਹੁਣ ਜਦੋਂ ਮੈਂ ਮਾਰਾਂਗਾ ਆਪਣੇ ਸਵਾਰਥ ਲਈ ਮਾਰਾਂਗਾ। ਲੇਕਿਨ ਜੇ ਮੈਂ ਪਹਿਲਾਂ ਜੇ ਤੈਨੂੰ ਮਾਰਦਾ, ਤਾਂ ਮੈਂ ਅੱਲਾ ਲਈ ਮਾਰਦਾ। ਇਸੇ ਕਰਕੇ ਇੱਥੋਂ ਬੜੀ ਚੰਗੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ
ਅਸੀਂ ਆਪਣੇ ਸਵਾਰਥ ਲਈ ਕੁਝ ਵੀ ਕੰਮ ਕਰਦੇ ਹਾਂ ਤਾਂ ਆਪਾਂ ਕਰਮ ਬੰਧਨਾਂ ਦੇ ਚੱਕਰਾਂ ਵਿੱਚ ਫਸਦੇ ਹਾਂ। ਅਸੀਂ ਪਾਪ ਕਰਮਾਂ ਦੇ ਚੱਕਰਾਂ ਵਿੱਚ ਫਸਦੇ ਹਾਂ। ਨਹੀਂ ਤੇ ਭਗਵਾਨ, ਜੋ ਕੰਮ ਆਪਾਂ ਭਗਵਾਨ ਲਈ ਕਰਾਂਗੇ, ਅੱਲਾ ਲਈ ਕਰਾਂਗੇ, ਭਗਵਾਨ ਸ਼੍ਰੀ ਕ੍ਰਿਸ਼ਨ ਲਈ ਕਰਾਂਗੇ, ਤਾਂ ਉਹ ਕਰਮ ਸਾਨੂੰ ਕਦੀ ਵੀ ਸੰਸਾਰ ਦੇ ਕਰਮ ਬੰਧਨਾਂ ਦੇ ਚੱਕਰਾਂ ਵਿੱਚ ਨਹੀਂ ਬੰਨ੍ਹ ਪਾਏਗਾ। ਹਮੇਸ਼ਾ ਸਾਨੂੰ ਮੁਕਤੀ ਰੱਖੇਗਾ ਕਰਮ ਬੰਧਨਾਂ ਤੋਂ। ਇਹਨੂੰ ਕਹਿੰਦੇ ਆ ਕ੍ਰਿਸ਼ਨ ਭਾਵਨਾ ਭਾਵਿਤ ਕਰਮ, ਕਿ ਆਪਾਂ ਭਗਵਾਨ ਦੀ ਸੇਵਾ, ਆਪਣਾ ਸੰਸਾਰ ਦਾ ਕੰਮ ਕਰਦੇ ਹੋਏ ਵੀ ਜੇ ਸਾਡੀ ਚੇਤਨਾ ਭਗਵਾਨ ਵਿੱਚ ਲੱਗੀ ਹੋਈ ਹੈ, ਤਾਂ ਉਹ ਕਰਮ ਬੰਧਨ ਸਾਨੂੰ ਉਹ ਜਿਹੜਾ ਕਰਮ ਹੈ ਸਾਨੂੰ ਕਰਮ ਬੰਧਨਾਂ ਵਿੱਚ ਨਹੀਂ ਬੰਨ੍ਹ ਪਾਏਗਾ। ਲੇਕਿਨ ਫਿਰ ਵੀ ਸਾਨੂੰ ਇਹ 'ਚ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਕਦੀ-ਕਦੀ ਸਾਡੇ ਵਿੱਚ ਸਵਾਰਥ ਆ ਜਾਂਦਾ ਹੈ, ਕਦੀ-ਕਦੀ ਅਸੀਂ ਕੰਮ ਕਰਦੇ ਹਾਂ, ਸਾਨੂੰ ਲੱਗਦਾ ਥੋੜ੍ਹਾ ਜ਼ਿਆਦਾ ਪੈਸਾ ਕਮਾ ਲਾਂ, ਮੈਂ ਸੁਖੀ ਹੋ ਜਾਵਾਂਗਾ, ਇਹ ਹੈ। ਮਤਲਬ ਜਿੱਥੇ ਆਪਾਂ ਆਪਣੇ ਸੁੱਖ ਲਈ ਸੋਚਿਆ, ਜਿੱਥੇ ਆਹ ਸ਼ਲੋਕ 'ਚ ਕਹਿ ਰਹੇ ਨੇ ਭਗਵਾਨ, ਤੂੰ ਜਦੀ ਸੁੱਖ ਤੇ ਦੁੱਖ ਲਈ ਸੋਚੇਂਗਾ ਤਾਂ ਮਤਲਬ ਤੂੰ ਫਿਰ ਪਾਪਾਂ ਤੋਂ ਮੁਕਤ ਨਹੀਂ ਹੋ ਪਾਏਂਗਾ। ਇਸ ਲਈ ਆਪਾਂ ਜਿੱਥੇ ਆਪਾਂ ਸੁੱਖ ਬਾਰੇ ਸੋਚਿਆ ਨਾ ਆਪਣੇ, ਉੱਥੇ ਆਪਾਂ ਕਰਮ ਬੰਧਨਾਂ ਦੇ ਚੱਕਰਾਂ 'ਚ ਫਸਾਂਗੇ। ਤੇ ਇਸ ਦੇ ਤਾਤਪਰਯ ਵਿੱਚ ਭਗਵਾਨ ਸ਼੍ਰੀਲ प्रभुपाद जी कह रहे हैं कि हिंदी च लिखा है थे कि अब भगवान कृष्ण प्रत्यक्ष रूप से कहते हैं कि अर्जुन को युद्ध के लिए युद्ध करना चाहिए क्योंकि ये उसकी इच्छा थी। कृष्ण भावनामृत के कार्यों में सुख या दुख, हानि या लाभ, जय या पराजय को कोई महत्ता नहीं दी जाती। हाँ, ਇਸ ਇੱਥੇ ਲਿਖਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਨੇ, ਸਿੱਧਾ ਸਾਫ਼-ਸਾਫ਼ ਕਹਿ ਰਹੇ ਨੇ ਕਿ ਅਰਜੁਨ, ਤੇਰਾ ਮਨ ਹੈਗਾ ਯੁੱਧ ਕਰਨ ਦਾ, ਮੈਨੂੰ ਪਤਾ ਤੂੰ ਅੰਦਰੋਂ ਯੁੱਧ ਕਰਨਾ ਚਾਹੁੰਦਾ ਵਾ। ਕਿਉਂ? ਕਿਉਂਕਿ ਤੇਰਾ ਜਿਹੜਾ ਸੁਭਾਵ ਹੈ ਸ਼ਤਰੀ ਸੁਭਾਵ ਹੈ, ਕਿਉਂਕਿ ਸ਼ਤਰੀ ਜਿਹੜਾ ਹੁੰਦਾ ਵਾ ਬਿਨਾਂ ਯੁੱਧ ਕੀਤੇ ਨਹੀਂ ਰਹਿ ਸਕਦਾ, ਠੀਕ ਹੈ। ਤੇ ਅਗਲੇ ਲਾਈਨ 'ਚ ਕਹਿ ਰਹੇ ਨੇ ਕਿ ਕ੍ਰਿਸ਼ਨ ਭਾਵਨਾਮ੍ਰਿਤ ਦੇ ਕਾਰਿਆਂ, ਜਿਹੜੇ ਕ੍ਰਿਸ਼ਨ ਭਾਵਨਾਮ੍ਰਿਤ ਦੇ ਜਿਹੜੇ ਕਾਰਜ ਹੁੰਦੇ ਨੇ, ਜੇ ਕੰਮ ਹੁੰਦੇ ਨੇ, ਉਹ ਸੁੱਖ ਜਾਂ ਦੁੱਖ, ਹਾਨੀ ਜਾਂ ਲਾਭ, ਜਿੱਤ ਜਾਂ ਹਾਰ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਮਤਲਬ ਕ੍ਰਿਸ਼ਨ ਭਾਵਨਾਮ੍ਰਿਤ ਵਿੱਚ ਅਸੀਂ ਕਿਸੇ ਨੂੰ ਵੀ ਇਹ ਨਹੀਂ ਹੈ ਕਿ ਕੋਈ ਭਗਤੀ ਕਰ ਰਿਹਾ, ਕੋਈ ਤੇ ਉਹਦੀ ਹਾਰ ਹੋ ਗਈ ਤੇ ਉਹ ਮਤਲਬ ਨਲਾਇਕ ਆ, ਏਦਾਂ ਨਹੀਂ। ਭਗਵਾਨ ਦੀ ਨਜ਼ਰਾਂ 'ਚ ਜਿਹੜਾ ਹਾਰਿਆ ਉਹ ਵੀ ਬਰਾਬਰ ਹੈ ਤੇ ਜਿਹੜਾ ਜਿੱਤਿਆ ਉਹ ਵੀ ਬਰਾਬਰ ਹੈ। ਇਸ ਦੇ ਰਿਲੇਟਿਡ ਇੱਕ ਬਹੁਤ ਹੀ ਸੋਹਣੀ ਤੇ ਇੱਕ ਸਟੋਰੀ ਆਉਂਦੀ ਹੈ ਰਾਮਾਇਣ ਵਿੱਚ, ਜਦੋਂ ਭਗਵਾਨ ਰਾਮ ਦੀ ਜਿਹੜੀ ਵਾਨਰ ਸੈਨਾ ਸੀ, ਉਹ ਜਦੋਂ ਰਾਮ ਸੇਤੂ ਬਣਾ ਰਹੇ ਸੀ ਲੰਕਾ ਜਾਣ ਲਈ, ਤਾਂ ਉਸ ਵਿੱਚ ਹਨੂੰਮਾਨ ਜੀ ਹੈਲਪ ਕਰ ਰਹੇ ਸੀ ਤੇ ਇੱਕ ਛੋਟੀ ਜਿਹੀ ਗਿਲਹਰੀ ਵੀ ਹੈਲਪ ਕਰ ਰਹੀ ਸੀ। ਤੇ ਹਨੂੰਮਾਨ ਜੀ ਕੀ ਕਰ ਰਹੇ ਸੀ, ਬਹੁਤ ਵੱਡੇ-ਵੱਡੇ ਪਹਾੜ ਚੁੱਕ ਕੇ ਲਿਆ ਰਹੇ ਸੀ, ਬੜੀ ਮਿਹਨਤ ਕਰ ਰਹੇ ਸੀ। ਲੇਕਿਨ ਉੱਥੇ ਨਾਲ ਹੀ ਨਾਲ ਉੱਥੇ ਭਗਵਾਨ ਰਾਮ ਨੇ ਦੇਖਿਆ ਕਿ ਇੱਕ ਛੋਟੀ ਜਿਹੀ ਗਿਲਹਰੀ ਕੀ ਕਰ ਰਹੀ ਸੀ, ਆਪਣੇ ਸਰੀਰ ਦੇ ਉੱਤੇ ਆਪਣੇ ਸਰੀਰ ਨੂੰ ਗਿੱਲਾ ਕਰਕੇ ਤੇ ਰੇਤ ਵਿੱਚ ਏਦਾਂ ਬਿੱਲ ਰਹੀ ਸੀ। ਤੇ ਉਹਦੇ ਨਾਲ ਕੀ ਹੁੰਦਾ ਸੀ, ਉਹਦੇ ਨਾਲ ਉਹਦੇ ਸਰੀਰ ਨਾਲ ਰੇਤ ਜਿਹੜੀ ਸੀ ਚਿਪਕ ਜਾਂਦੀ ਸੀ, ਤੇ ਜਦੋਂ ਫਿਰ ਚਿਪਕ ਜਾਂਦੀ ਸੀ ਤੇ ਉਹ ਉੱਥੇ ਰਾਮ ਸੇਤੂ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਏਦਾਂ ਫੰਡ ਦਿੰਦੀ ਸੀ ਤੇ ਰੇਤ ਉੱਥੇ ਸਾਰੀ ਹਿੱਲ ਕੇ ਸਾਰੀ ਉੱਥੇ ਡਿੱਗ ਜਾਂਦੀ ਸੀ। ਤੇ ਉਸਨੇ ਉਹਨੂੰ ਲੱਗ ਰਿਹਾ ਕਿ ਉਹ ਵੀ ਹੈਲਪ ਕਰ ਰਹੀ, ਲੇਕਿਨ ਅਸੀਂ ਦੇਖਿਆ ਜਾਏ ਤੇ ਉਹ ਛੋਟੀ-ਛੋਟੀ ਰੇਤ ਜਿਹੜੀ ਹੈਗੀ ਹੈ, ਮਤਲਬ ਛੋਟੇ ਜਿਹੇ ਉਹਦਾ ਛੋਟਾ ਜਿਹਾ ਪ੍ਰਯਾਸ ਹੈ। ਉਹਦੀ ਹੈਲਪ ਜਿਹੜੀ ਹੈ, ਗਿਲਹਰੀ ਦੀ ਜਿਹੜੀ ਹੈਲਪ ਹੈ, ਉਹ ਰਾਮ ਸੇਤੂ ਬਣਾਉਣ ਵਿੱਚ ਮਤਲਬ ਕਿੰਨੀ ਕੁ ਮਤਲਬ ਸਹਾਇਤੇਮੰਦ ਹੈ। ਮਤਲਬ ਥੋੜ੍ਹੀ ਜਿਹੀ ਸਹਾਇਤਾ, ਥੋੜ੍ਹੀ ਵੀ ਨਹੀਂ, ਕਿੰਨਾ ਸਮੇਂ ਲੱਗੇਗਾ। ਉਹਦੇ ਹੈਲਪ ਕਰਨ ਨਾਲ ਕੀ ਰਾਮ ਸੇਤੂ ਬਣ ਜਾਣਾ ਸੀ? ਨਹੀਂ ਬਣਨਾ ਸੀ। ਕਿਉਂਕਿ ਉਹਦੇ ਵਿੱਚ ਤੇ ਵੱਡੇ-ਵੱਡੇ ਪੱਥਰ ਚਾਹੀਦੇ ਨੇ, ਬਹੁਤ ਲੰਬਾ ਰਸਤਾ ਬਣਾਉਣਾ ਉਹਨਾਂ ਨੇ, ਬਹੁਤ ਟਾਈਮ ਲੱਗ ਜਾਣਾ ਸੀ। ਬਟ ਫਿਰ ਵੀ ਭਗਵਾਨ ਰਾਮ ਨੇ ਕਿਰਪਾ ਗਿਲਹਰੀ ਨੂੰ ਤੇ ਹਨੂੰਮਾਨ ਜੀ ਨੂੰ ਬਰਾਬਰ ਦਿੱਤੀ। ਇਸ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੀ ਵੀ ਭਗਤੀ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਪਿੱਛੇ ਰਹਿ ਗਿਆ ਜਾਂ ਮੈਂ ਯੇ ਹੈ, ਮੈਂ ਵੋ ਹੈ, ਕਿ ਮੈਨੂੰ ਕੁਛ ਆਉਂਦਾ ਨਹੀਂ, ਮੈਨੂੰ ਕੁਛ ਆਉਂਦਾ ਨਹੀਂ। ਤੁਹਾਨੂੰ ਕੁਛ ਵੀ ਆਉਂਦਾ, ਸੇਵਾ ਕਰੋ। ਕੁਛ ਨਹੀਂ ਆਉਂਦਾ ਤਾਂ ਵੀ ਸੇਵਾ ਤੇ ਕਰ ਸਕਦੇ ਹੋ ਨਾ, ਭਗਵਾਨ ਦੇ ਮੰਦਿਰਾਂ 'ਚ ਆ ਕੇ ਭਗਵਾਨ ਦੇ ਬਰਤਨ ਸਾਫ਼ ਕਰ ਸਕਦੇ ਹੋ, ਪ੍ਰਸ਼ਾਦਮ ਜਿਹੜੇ ਲੰਗਰ ਲੱਗਦਾ ਉਹਨੂੰ ਵਰਤਾ ਸਕਦੇ ਹੋ, ਠੀਕ ਹੈ। ਕੁਛ ਆਉਂਦਾ, ਜ਼ਰੂਰੀ ਨਹੀਂ ਕਿ ਤੁਹਾਨੂੰ ਗੀਤਾ ਨਹੀਂ ਆਉਂਦੀ, ਗਿਆਨ ਨਹੀਂ ਆਉਂਦਾ, ਤੁਸੀਂ ਪ੍ਰਚਾਰ ਨਹੀਂ ਕਰ ਸਕਦੇ, ਇਹ ਨਹੀਂ। ਭਗਵਾਨ ਜਿਹੜਾ ਮੰਦਿਰ 'ਚ ਭਾਂਡੇ ਮਾਂਜ ਰਿਹਾ ਤੇ ਜਿਹੜਾ ਰਾਜਗੱਦੀ 'ਤੇ ਬੈਠ ਕੇ, ਵਿਆਸ ਆਸਣ ਤੇ ਬੈਠ ਕੇ ਪ੍ਰਵਚਨ ਕਰ ਰਿਹਾ, ਦੋਨਾਂ ਨੂੰ ਇਕੁਅਲ ਸੇਵਾ ਦੇਣਗੇ। ਲੇਕਿਨ ਉਹ ਡਿਸਾਈਡ ਕਿੱਦਾਂ ਹੋਏਗਾ? ਉਹ ਡਿਸਾਈਡ ਤਾਂ ਹੋਏਗਾ, ਇਕੁਅਲ ਸੇਵਾ ਤਾਂ, ਇਕੁਅਲ ਕਿਰਪਾ ਤਾਂ ਮਿਲੇਗੀ ਜੇ ਜਿਹੜਾ ਬੰਦਾ ਵਿਆਸ ਆਸਣ ਤੇ ਬੈਠ ਕੇ ਭਗਵਾਨ ਦੀ ਕਥਾ ਕਰ ਰਿਹਾ, ਲੇਕਿਨ ਜੇ ਉਹਦੇ ਮਨ ਵਿੱਚ ਭਗਵਾਨ ਦੇ ਬਾਰੇ ਖਿਆਲ ਨਹੀਂ ਨੇ, ਮਤਲਬ ਕ੍ਰਿਸ਼ਨ ਭਾਵਨਾ ਭਾਵਿਤ ਨਹੀਂ ਹੈਗਾ ਉਹ ਬੰਦਾ, ਤਾਂ ਉਸਦਾ ਕਥਾ ਕਰਨ ਦਾ ਕੋਈ ਫਾਇਦਾ ਨਹੀਂ। ਉਸੇ ਤਰ੍ਹਾਂ ਜੇ ਬੰਦਾ ਸੇਵਾ ਕਰ ਰਿਹਾ ਮੰਦਿਰ ਵਿੱਚ, ਤੇ ਬਸ ਉਹ ਸੇਵਾ ਦੇ ਲਈ ਸੇਵਾ ਕਰ ਰਿਹਾ, ਲੇਕਿਨ ਉਹਨੂੰ ਇਹ ਨਹੀਂ ਹੈ ਕਿ ਭਗਵਾਨ ਦੇ ਨਾਲ ਆਪਾਂ ਆਪਣਾ ਜਿਹੜਾ ਰਿਲੇਸ਼ਨ ਹੈ ਬਣਾਉਣਾ ਵਾ, ਭਗਵਾਨ ਦੇ ਨਾਲ ਆਪਣੇ ਭਾਵ ਜੋੜਨੇ ਨੇ, ਭਗਵਾਨ ਦੀ ਸੇਵਾ ਕਰ ਰਿਹਾ ਮੈਂ। ਜੇ ਉਹਦੇ ਵਿੱਚ ਇਹ ਭਾਵਨਾਵਾਂ ਨਹੀਂ ਨੇ, ਤਾਂ ਉਸਦਾ ਕੋਈ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਸੇ ਕਰਕੇ ਇੰਪੋਰਟੈਂਟ ਕੀ ਹੈ? ਸਾਡੀ ਸੰਸਥਾ ਦਾ ਨਾਮ ਕੀ ਹੈ? ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾ ਭਾਵਿਤ ਸੰਘ, ਕਿ ਆਪਾਂ ਕੋਈ ਵੀ ਸੇਵਾ ਕਰਨੀ ਹੈ, ਲੇਕਿਨ ਉਸ ਸੇਵਾ ਦਾ ਜਿਹੜਾ ਮੋਟਿਵ ਹੈ,
ਉਸ ਸੇਵਾ ਦਾ ਜਿਹੜਾ ਫਲ ਹੈ, ਉਸ ਸੇਵਾ ਦਾ ਜਿਹੜਾ ਮੇਨ ਆਪਾਂ ਕਰਨੀ ਸੇਵਾ ਕਿਉਂ ਹੈ? ਸੇਵਾ ਇਸ ਕਰਕੇ ਕਰਨੀ ਕਿਉਂਕਿ ਸਾਡੀ ਕ੍ਰਿਸ਼ਨ ਭਾਵਨਾ ਭਾਵਿਤ ਹੋਣਾ ਚਾਹੀਦਾ। ਅਸੀਂ ਕ੍ਰਿਸ਼ਨ ਭਾਵਨਾ ਭਾਵਿਤ ਹੋਣਾ ਚਾਹੀਦੇ ਹੋ। ਜੇ ਸਾਡੀ ਭਾਵਨਾ ਕ੍ਰਿਸ਼ਨਮਈ ਨਹੀਂ ਹੋਈ ਤਾਂ ਉਸ ਦਾ ਕੋਈ ਫਾਇਦਾ ਨਹੀਂ। ਅਲਟੀਮੇਟਲੀ ਜਿਹੜਾ ਭਗਤੀ ਕਰ ਰਿਹਾ ਜਾਂ ਜਿਹੜਾ ਸੇਵਾ ਕਰ ਰਿਹਾ ਤੇ ਸਾਨੂੰ ਭਗਵਾਨ ਦੀ ਜਿਹੜੀ ਚੇਤਨਾ ਹੈ ਉਹ ਬਣਾ ਕੇ ਰੱਖਣੀ, ਕ੍ਰਿਸ਼ਨ ਭਾਵਨਾ ਭਾਵਿਤ ਚੇਤਨਾ ਬਣਾਉਣੀ ਹੈ ਆਪਾਂ। ਸੈਂਟਰ ਵਿੱਚ ਭਗਵਾਨ ਕ੍ਰਿਸ਼ਨ ਹੋਣੇ ਚਾਹੀਦੇ ਨੇ, ਸਾਡੇ ਮਾਈਂਡ ਦੇ ਵਿੱਚ ਪਹਿਲਾਂ ਕ੍ਰਿਸ਼ਨ ਹੋਣੇ ਚਾਹੀਦੇ ਨੇ, ਫਿਰ ਕੋਈ ਦੂਜੀ ਸੇਵਾ ਹੋਣੀ ਚਾਹੀਦੀ ਹੈ। ਸੇਵਾ ਕਰ ਰਿਹਾ ਕਿਉਂ ਕਰ ਰਿਹਾ? ਕ੍ਰਿਸ਼ਨਾ ਨੂੰ ਖੁਸ਼ ਕਰਨਾ ਬਸ। ਮੈਂ ਕੀਰਤਨ ਕਰ ਰਿਹਾ ਕਿਉਂ ਕਰਨਾ? ਕ੍ਰਿਸ਼ਨਾ ਨੂੰ ਖੁਸ਼ ਕਰਨਾ। ਮੈਂ ਮਾਲਾ ਕਰ ਰਿਹਾ ਕਿਉਂ ਕਰਨਾ? ਕ੍ਰਿਸ਼ਨਾ ਨੂੰ ਮਜ਼ਾ ਆਉਣਾ ਚਾਹੀਦਾ, ਕ੍ਰਿਸ਼ਨਾ ਨੂੰ ਖੁਸ਼ ਹੋਣਾ ਚਾਹੀਦਾ, ਕ੍ਰਿਸ਼ਨਾ ਨੂੰ ਖੁਸ਼ੀ ਮਿਲਦੀ ਇਸ ਨਾਲ, ਤਾਂ ਹੀ ਉਹਦਾ ਫਾਇਦਾ। ਜੇ ਆਪਾਂ ਕਰਾਂਗੇ ਮਾਲਾ ਤੇ ਮੈਂ ਤੇ ਪਾਪ ਧੋਣ ਲਈ ਆਪਣੇ ਮਾਲਾ ਕਰਦਾ, ਮੈਂ ਇਹ ਮੰਦਰਾਂ ਸੁਣਿਆ ਮਾਲਾ ਕਰਾਂਗੇ ਚੰਗੀ ਨੌਕਰੀ ਲੱਗ ਜਾਏਗੀ। ਮਤਲਬ ਜੇ ਇਹ ਭਾਵਨਾ ਹੋਵੇਗੀ ਤੇ ਫਿਰ ਤਾਂ ਮਤਲਬ ਸ਼ੁੱਧ ਭਗਤੀ ਨਹੀਂ ਹੋਈ ਨਾ ਉਹ। ਅਲਟੀਮੇਟਲੀ ਭਗਵਾਨ ਟੇਢੇ ਮੇਢੇ ਰਾਹ ਪਾ ਕੇ, ਕਦੀ ਲਾਲਚ ਦੇ ਕੇ, ਕਦੀ ਕੁਛ ਕਰਕੇ, ਕਦੀ ਕੁਛ ਕਰਕੇ ਭਗਵਾਨ ਸਾਨੂੰ ਸ਼ੁੱਧ ਭਗਤੀ ਵੱਲ ਲੈ ਕੇ ਜਾ ਰਹੇ ਨੇ। ਇਹ ਤੋਂ ਸਾਨੂੰ ਇਹ ਸਿਖਾਉਣਾ ਚਾਹੁੰਦੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ। ਬਸ ਅਰਜੁਨ ਦੇ ਮਾਧਿਅਮ ਨਾਲ ਸਾਨੂੰ ਇਹ ਸਿਖਾਉਣਾ ਚਾਹੁੰਦੇ ਕਿ ਅਸੀਂ ਭਗਵਾਨ ਦੀ ਇੱਛਾ ਕਿੱਦਾਂ ਪੂਰੀ ਕਰਨੀ ਹੈ, ਭਗਵਾਨ ਦਾ ਜਿਹੜੀ ਗੱਲ ਹੈ ਉਹ ਕਿੱਦਾਂ ਮੰਨਣੀ ਹੈ। अगली लाइन से लिख रहे हैं कि दिव्य चेतना तो यही होगी कि हर कार्य कृष्ण के निमित्त किया जाए। कह रहे हैं ना कि दिव्य चेतना, दिव्य समझ लो, दिव्य कहते ने ट्रांसडेंटल इंग्लिश कह रहे ने, दिव्य मतलब जो ਭੌਤਿਕ ਸੰਸਾਰ ਦੇ ਕਲਮਸ਼ ਦੇ ਨਾਲ ਕਲੂਸ਼ਿਤ ਨਹੀਂ ਹੋਈ ਦੀ, ਉਹਨੂੰ ਕਹਿੰਦੇ ਦਿव्य ਚੇਤਨਾ। ਦਿव्य ਚੇਤਨਾ ਮੰਨ ਲਓ ਕਿ ਜੇ ਤੁਹਾਡੀ ਕੌਨਸ਼ੀਅਸਨੈਸ, ਤੁਹਾਡੀ ਜਿਹੜੀ ਚੇਤਨਾ ਹੈ ਭਗਵਾਨ ਵਾਸਤੇ ਸੋਚ ਰਹੀ ਹੈ, ਤੁਸੀਂ ਸੋਚ ਰਹੇ ਹੋ ਭਗਵਾਨ ਦਾ ਫਾਇਦਾ ਕਿੱਦਾਂ ਕੀਤਾ ਜਾਏ, ਉਹਨੂੰ ਕਹਿੰਦੇ ਦਿव्य ਚੇਤਨਾ। ਹਮੇਸ਼ਾ ਭਗਵਾਨ ਦੇ ਬਾਰੇ ਸੋਚੋ, ਹਮੇਸ਼ਾ ਕੋਈ ਵੀ ਚੀਜ਼ ਹੈ, ਹਰ ਚੀਜ਼ ਨੂੰ ਭਗਵਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਉਹਨੂੰ ਕਹਿੰਦੇ ਕੋਸ਼ਿਸ਼ ਕਰਨ ਵਾਲਾ ਬੰਦੇ ਦੀ ਜਿਹੜੀ ਚੇਤਨਾ ਵਾ ਉਹਨੂੰ ਦਿव्य ਚੇਤਨਾ ਕਹਿ ਸਕਦੇ ਆਪਾਂ। ਤੇ ਦਿव्य ਚੇਤਨਾ ਉਹੀ ਹੈ ਜੋ ਹਰ ਕਾਰਜ, ਹਰ ਕੰਮ ਕ੍ਰਿਸ਼ਨ ਕੇ ਨਿमित्त किया जाए, मतलब ਕ੍ਰਿਸ਼ਨ ਦੇ ਲਈ ਕੀਤਾ ਜਾਏ, ਉਹਨੂੰ ਕਹਿੰਦੇ ਆ ਦਿव्य ਚੇਤਨਾ। ਆ ਗਿਆ ਨਾ ਉਹੀ ਪੁਆਇੰਟ ਕਿ अल्टीमेटली ਅਸੀਂ ਜੋ ਵੀ ਕਰਨਾ है भगवान कृष्ण ਦੀ खुशी ਲਈ करना है। अतः भौतिक कार्यों का कोई बंधन नहीं होता। इसलिए ਤੁਸੀਂ ਜੇ ਭੌਤਿਕ ਸੰਸਾਰ ਵਿੱਚ ਕੰਮ ਵੀ ਕਰਦੇ ਹੋ ਨਾ ਕੋਈ, ਲੇਕਿਨ ਤੁਸੀਂ ਸੋਚ ਰਹੇ ਹੋ ਕਿ ਮੈਂ ਕ੍ਰਿਸ਼ਨ ਨੂੰ ਖੁਸ਼ ਕਰਨ ਲਈ ਕਰ ਰਿਹਾ, ਠੀਕ ਹੈ, ਮੇਰੇ ਇਹਨਾਂ ਜਿਹੜਾ ਮੈਨੂੰ ਪੈਸਾ ਪੂਸਾ ਆਏਗਾ, ਪੈਸੇ ਕਮਾਵਾਂਗਾ, ਭਗਵਾਨ ਦੀ ਸੇਵਾ ਚਲਾਵਾਂਗਾ, ਉਸ ਨਾਲ ਕੀ ਹੋਏਗਾ? ਤੁਸੀਂ ਕਰਮ बंधना के चक्कर से नहीं फंसोगे। जो कोई सतोगुण या रजोगुण के अधीन होकर अपनी इंद्रिय तृप्ति के लिए कर्म करता है, उसे अच्छे या बुरे फल प्राप्त होते हैं। ਅੱਗੇ ਪ੍ਰਭੂਪਾਦ ਜੀ ਲਿਖ ਰਹੇ ਜਿਹੜਾ ਸਤੋਗੁਣ ਜਾਂ ਰਜੋਗੁਣ ਦੇ ਵਿੱਚ ਰਹਿ ਕੇ ਕੰਮ ਕਰਦਾ ਨੇ, ਕੰਮ ਕਰਦੇ ਨੇ, ਉਹਨੂੰ ਚੰਗੇ ਜਾਂ ਮਾੜੇ फल प्राप्त ਹੁੰਦੇ ਨੇ। और आगे लिख रहे हैं किंतु जो कृष्ण भावनामृत के कार्यों में अपने आप को समर्पित कर देता है, वह सामान्य कर्म करने वाले के समान किसी का कृतज्ञ या ऋणी नहीं होता। ਹੁਣ ਇੱਥੇ ਬਹੁਤ ਇੱਕ ਉਹ ਬੜੀ ਵਧੀਆ ਗੱਲ ਆ ਰਹੀ ਹੈ। ਪ੍ਰਭੂਪਾਦ ਜੀ ਲਿਖ ਰਹੇ ਨੇ ਕਿ ਜੇ ਕੋਈ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸੇਵਾ ਕਰ ਰਿਹਾ, ਕ੍ਰਿਸ਼ਨ ਦੀ ਪੂਜਾ ਕਰ ਰਿਹਾ, ਕ੍ਰਿਸ਼ਨ ਦੀ ਭਗਵਾਨ ਦੀ ਭਗਤੀ ਕਰ ਰਿਹਾ, ਤਾਂ ਉਹਨਾਂ ਨੂੰ ਸਮਰਪਿਤ ਆਪਣੀ ਜ਼ਿੰਦਗੀ ਕੀਤੀ ਹੋਈ। ਸਮਰਪਿਤ ਮਤਲਬ ਇਹ ਨਹੀਂ ਕਿ ਤੁਸੀਂ ਬ੍ਰਹਮਚਾਰੀ ਬਣਨਾ, ਤੁਸੀਂ ਘਰ ਰਹਿ ਕੇ ਵੀ ਆਪਣੇ ਆਪ ਨੂੰ ਸਮਰਪਿਤ ਕਰ ਸਕਦੇ ਹੋ ਭਗਵਾਨ ਨੂੰ, ਤੇ 24 ਘੰਟੇ ਭਗਵਾਨ ਬਾਰੇ ਸੋਚੋ, ਤੇ ਉਹਨੂੰ ਕਹਿੰਦੇ ਸਮਰਪਣ। ਤੇ ਜੇ ਤੁਸੀਂ ਭਗਵਾਨ ਬਾਰੇ ਸੋਚ ਰਹੇ ਹੋ, ਭਗਵਾਨ ਦੇ ਫਾਇਦੇ ਬਾਰੇ ਸੋਚ ਰਹੇ ਹੋ ਕਿ ਭਗਵਾਨ ਦਾ ਫਾਇਦਾ ਕਿੱਦਾਂ ਹੋਏਗਾ, ਭਗਵਾਨ ਦਾ ਪ੍ਰਚਾਰ ਕਿੱਦਾਂ ਹੋਏਗਾ, ਵੱਧ ਤੋਂ ਵੱਧ ਦੁਨੀਆ ਨੂੰ ਭਗਵਾਨ ਦੇ ਨਾਲ ਕਿੱਦਾਂ ਜੋੜਨਾ ਆਪਾਂ, ਜੇ ਤੁਸੀਂ ਪਲੈਨਿੰਗ ਕਰ ਰਹੇ ਹੋ, ਏਦਾਂ ਦੀ ਤੁਹਾਡੀ ਜਿਹੜੀ ਸੋਚ ਹੈ, ਤਾਂ ਫਿਰ ਤੁਸੀਂ ਕਰਮ ਕਰੋਗੇ। ਵੈ ਸਮਾਨਯ ਕਰਮ ਕਰਨੇ ਵਾਲੇ ਕੇ ਸਮਾਨ ਕਿਸੇ ਕਾ कृतज्ञ। ਏਦਾਂ ਦਾ ਬੰਦਾ ਕਿਸੇ ਦਾ ਵੀ कृतज्ञ ਜਾਂ ਰਿਣੀ ਨਹੀਂ ਰਹਿੰਦਾ, ਉਹਦੇ ਉੱਤੇ ਕਿਸੇ ਦਾ ਕਰਜ਼ਾ ਨਹੀਂ ਹੈ, ਉਹਨੂੰ ਉਹ ਸਾਰੇ ਕਰਜ਼ਿਆਂ ਤੋਂ ਮੁਕਤ ਹੋ ਜਾਂਦਾ। ਇਸ ਦਾ ਜਿਹੜਾ ਪ੍ਰਭੂਪਾਦ ਜੀ ਰੈਫਰੈਂਸ ਦੇ ਰਹੇ ਨੇ ਕਿ ਭਾਗਵਤ ਵਿੱਚ ਲਿਖ ਰਹੇ ਨੇ 11ਵੇਂ ਸਕੰਦ ਦੇ 5ਵੇਂ ਅਧਿਆਏ ਦੇ 41 ਨੰਬਰ ਸ਼ਲੋਕ ਵਿੱਚ प्रभुपाद अच्छे लिख रहे ने कि जिसने अन्य समस्त कार्यों को त्याग कर मुकुंद श्री कृष्ण की शरण ग्रहण कर ली है। कह रहे ने कि जिन्हें सारे कमां नूं छड्ड के सिर्फ भगवान मुकुंद श्री कृष्ण की शरण लेती है, वह ना तो किसी का ऋणी है और ना किसी का कर्जाई है और ना किसी का कृतज्ञ और ना ही किसी का वो कृतज्ञ कह लो कि मतलब ग्रेटिट्यूड समझते हो, ग्रेटिट्यूड मतलब कृतज्ञ की कहांगे पंजाबी च मतलब किसी ਦਾ ਲੈਣਾ ਦੇਣਾ ਨਹੀਂ ਦੇਣਾ ਉਹਨੂੰ, ਮਤਲਬ ਸਮਝ ਰਹੇ ਹੋ ਨਾ ਕਿ ਮਤਲਬ ਕਿਸੇ ਨੇ ਉਹਦੀ ਸਹਾਇਤਾ ਕੀਤੀ ਤੇ ਉਹ ਉਹਦਾ ਰਿਣੀ ਹੈ, कृतज्ञ ਹੈ ਕਿ ਉਹ ਵੀ ਅੱਗੇ ਤੋਂ ਉਹਦੀ ਸਹਾਇਤਾ ਕਰੇਗਾ। ਏਦਾਂ ਨਹੀਂ, ਜਿਹੜੇ ਮੰਨ ਲਓ ਉਸ ਸੰਸਾਰ ਦੇ ਕਿਸੇ ਦੇ ਉਹ ਜਿਹੜਾ ਭਗਵਾਨ ਦੀ ਭਗਤੀ ਕਰਦਾ ਹੈ, ਉਹ ਕਿਸੇ ਵੀ ਰਿਣ ਜਾਂ कृतज्ञ ਤੋਂ ਮਤਲਬ ਮੁਕਤ ਹੈ।
ਚਾਹੇ ਉਹ ਦੇਵਤੇ ਹੋਣ, ਚਾਹੇ ਸਾਧੂ सामान्य जन, चाहे वो रिश्तेदार होण ਜਾਂ ਮਾਨਵ ਜਾਤੀ ਜਾਂ ਉਸਕੇ ਪਿੱਤਰ ਹੀ ਕਿਉਂ ਨਾ ਹੋਣ, तो सारे कर्जाओं तो मुक्त ਹੁੰਦਾ है। इस श्लोक में श्री कृष्ण ने अर्जुन को अप्रत्यक्ष रूप से इसी का संकेत किया है कि इसकी व्याख्या अगले श्लोक में और भी स्पष्टता से की जाएगी। भगवान श्री कृष्ण ने इस श्लोक 'ਚ ਇਹੀ ਦੱਸਿਆ ਕਿ ਜੇ ਤੂੰ ਮੇਰੇ ਲਈ ਕੰਮ ਕਰੇਗਾ ਜਾਂ ਸੁੱਖ ਜਾਂ ਦੁੱਖ ਦੀ ਹਾਨੀ ਜਾਂ ਲਾਭ ਦੇ ਫਲ ਦੇ ਬਗੈਰ ਤੂੰ ਕੋਈ ਵੀ ਸੇਵਾ ਕਰੇਗਾ ਭਗਵਾਨ ਦੀ ਜਾਂ ਕੋਈ ਵੀ ਕੰਮ ਕਰੇਗਾ ਤਾਂ ਤੂੰ ਕਰਮ ਬੰਧਨਾਂ ਦੇ ਚੱਕਰਾਂ 'ਚੋਂ ਮੁਕਤ ਹੋ ਸਕੇਗਾ, ਨਹੀਂ ਤੇ ਨਹੀਂ ਮੁਕਤ ਹੋ ਸਕਦਾ। ਜੇ ਆਪਾਂ ਸੋਚਦੇ ਰਵਾਂਗੇ ਮੇਰਾ ਫਾਇਦਾ, ਮੇਰਾ ਨੁਕਸਾਨ, ਠੀਕ ਹੈ, ਮੇਰੀ ਜਿੱਤ, ਮੇਰੀ ਹਾਰ, ਮੇਰਾ ਸੁੱਖ, ਮੇਰਾ ਦੁੱਖ, ਅਲਟੀਮੇਟਲੀ ਆਪਾਂ ਆਪਣਾ ਸਵਾਰਥ ਛੱਡਣਾ ਵਾ। ਜੇ ਆਪਾਂ ਸਾਨੂੰ ਭਗਵਦ ਗੀਤਾ ਦੇ ਕਹਿੰਦੇ ਨੇ ਪਹਿਲੇ 6 ਅਧਿਆਏ ਦੇ ਜਿਹੜੇ ਨੇ ਨਾ, ਇਹ ਨਿਸਵਾਰਥ ਕਰਮ ਕਰਨਾ ਹੀ ਸਿਖਾ ਰਹੇ ਨੇ ਸਾਨੂੰ ਕਿ ਆਪਾਂ ਨਿਸਵਾਰਥ ਭਾਵ ਨਾਲ ਕਰਮ ਕਰਨਾ ਕਿੱਦਾਂ, ਬਿਨਾਂ ਕੋਈ ਫਲ ਦੀ ਇੱਛਾ ਤੋਂ ਆਪਾਂ ਕਰਮ ਕਰਾਂਗੇ, ਫਿਰ ਜਾ ਕੇ ਆਪਾਂ ਭਗਤੀ ਸ਼ੁਰੂ ਹੋ ਸਕਦੀ, ਨਹੀਂ ਤੇ ਭਗਤੀ ਸ਼ੁਰੂ ਹੋ ਹੀ ਨਹੀਂ ਸਕਦੀ। ਜਿਹੜਾ ਬੰਦਾ ਸੋਚਦਾ ਰਹੇਗਾ ਇਹ ਨਹੀਂ ਮਿਲਿਆ, ਫਿਰ ਤੇ ਤੁਹਾਡੀ ਐਕਸਪੈਕਟੇਸ਼ਨਸ ਵੱਧਦੀਆਂ ਰਹਿਣਗੀਆਂ ਕਿ ਮੈਂ ਕੀਤਾ, ਮੈਨੂੰ ਇਹ ਨਹੀਂ ਮਿਲਿਆ, ਇਹ ਨਹੀਂ ਮਿਲਿਆ। ਸੋਚਦਾ ਰਹੇਗਾ ਦਿਮਾਗ 'ਚ, ਉਹ ਫਿਰ ਭਗਵਾਨ ਕ੍ਰਿਸ਼ਨ ਥੋੜ੍ਹਾ ਨਾ, ਉਹ ਤੇ ਫਲ ਦੇ ਬਾਰੇ ਸੋਚ ਰਿਹਾ। ਇਸੇ ਕਰਕੇ ਸਾਨੂੰ ਅਲਟੀਮੇਟਲੀ ਨਿਸਵਾਰਥ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਭਗਵਾਨ ਦੀ, ਤੇ ਨਿਸਵਾਰਥ ਭਾਵਨਾ ਆਪਾਂ ਇਸ ਸੰਸਾਰ ਵਿੱਚ ਜੇ ਕਰਾਂਗੇ ਤਾਂ ਹੀ ਕਰਮ ਬੰਧਨਾਂ ਦੇ ਚੱਕਰਾਂ 'ਚੋਂ ਮੁਕਤ ਹੋ ਸਕਦੇ ਹਾਂ। ਹਰੇ ਕ੍ਰਿਸ਼ਨਾ। ਸ਼੍ਰੀਲ ਪ੍ਰਭੁਪਾਦ ਕੀ ਜੈ। ਹਰੇ ਕ੍ਰਿਸ਼ਨਾ। ਕਿਸੇ ਦਾ ਕੋਈ ਕੁਐਸਚਨ, ਕਿਸੇ ਦਾ ਕੋਈ ਪ੍ਰਸ਼ਨ ਹੋਏ ਤਾਂ ਜ਼ਰੂਰ ਪੁੱਛੋ।